ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪੰਜਵਾ। अब चल नगर गोबिंद गुरु का, नाम जपत सुख पाया राम। मणि अच्छे से ही फल पाए, करता आप वसाया राम। करता आप वसाया सर्ब सुख पाया, पुत भाई सिख बिगासे। गुण गावे पूरन परमेश्वर, कारज आया रासे। प्रभ आप स्वामी आपे रखा, आप पिता आप माया। कहो नानक सतगुर बलिहारी, जिन एह थान सोहाया। कहो नानक सतगुर बलिहारी, जिन एह थान सोहाया। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनों, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਕਥਾ ਮੁਤਾਬਕ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਅੱਜ ਦਾ ਪਵਿੱਤਰ ਦਿਹਾੜਾ ਜੋ ਜੁਗਾਂ ਜੁਗਾਂਤਰਾਂ ਤੋਂ ਸੰਸਾਰ ਦਾ ਭੁਲੇਖਾ ਕੱਢਣ ਵਾਲਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਦੇ ਰੂਪ ਵਿੱਚ ਆਪਾਂ ਸਾਰੇ ਮਨਾ ਰਹੇ ਹਾਂ। ਜੋ ਆਪ ਜੀ ਨੇ ਪਵਿੱਤਰ ਬਾਣੀ ਦਾ ਸ਼ਬਦ ਸਰਵਣ ਕੀਤਾ, ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਨਾਂਦੇੜ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਗੁਰਤਾ ਗੱਦੀ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਉਸ ਵੇਲੇ ਇਹ ਹੁਕਮਨਾਮਾ ਆਇਆ ਸੀ। ਇਸ ਹੁਕਮਨਾਮੇ ਦੇ ਮੁਤਾਬਕ ਹੀ ਉਸ ਨਗਰ ਦਾ ਨਾਮ ਅਬਚਲ ਨਗਰ ਹਜੂਰ ਸਾਹਿਬ ਨਾਂਦੇੜ ਰੱਖਿਆ ਗਿਆ। ਸੋ ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਹਾਜ਼ਰੀਆਂ ਲਵਾ ਰਹੇ ਹੋ। ਪਰਸੋਂ ਰੋਜ਼ ਤੋਂ ਲੈ ਕਰਕੇ ਇਲਾਹੀ ਬਾਣੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਜਾਪ ਆਪ ਜੀ ਸਰਵਣ ਕਰ ਰਹੇ ਸੀ। ਅੰਮ੍ਰਿਤ ਵੇਲੇ ਭੋਗ ਪਾਏ ਗਏ। ਉਪਰੰਤ ਰਾਗੀ ਜਥੇ ਪਾਸੋਂ ਆਸਾ ਜੀ ਕੀ ਵਾਰ ਅਤੇ ਹੋਰ ਬੇਅੰਤ ਸ਼ਬਦਾਂ ਦੇ ਕੀਰਤਨ ਸਰਵਣ ਕੀਤੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਵਾਕ ਅਨੁਸਾਰ। ਜਿਸ ਵੇਲੇ ਇਹ ਪਵਿੱਤਰ ਬਾਣੀ ਮਾਤ ਲੋਕ ਦੇ ਵਿੱਚ ਆਈ, ਪਹਿਲੇ ਪਾਤਸ਼ਾਹ ਤੋਂ ਲੈ ਕੇ ਹੀ ਔਰ ਫਿਰ ਦਸਾਂ ਜਾਮਿਆਂ ਦੇ ਰਾਹੀਂ ਇਸ ਬਾਣੀ ਨੇ ਆਪਣਾ ਸੰਪੂਰਨ ਰੂਪ
ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਨੂੰ ਗ੍ਰਹਿਣ ਕੀਤਾ। ਭਾਵੇਂ ਕਿ ਪਹਿਲਾਂ ਵੀ ਸ਼ਬਦ ਹੀ ਗੁਰੂ ਸੀ, ਪਰ ਸੰਸਾਰ ਨੂੰ ਪਤਾ ਨਹੀਂ ਸੀ। ਸਤਿਗੁਰਾਂ ਨੇ ਸੰਸਾਰ ਦੇ ਭਰਮ ਭੁਲੇਖੇ ਕੱਢ ਕੇ ਉਸ ਅਕਾਲ ਪੁਰਖ ਦਾ ਸਰੂਪ ਸ਼ਬਦ ਗੁਰੂ ਨੂੰ ਦੱਸਦੇ ਹੋਏ ਅੱਜ ਦੇ ਦਿਨ 'ਤੇ ਆਪ ਵੀ ਇਹਨਾਂ ਨੂੰ ਨਮਸਕਾਰ ਕੀਤੀ ਅਤੇ ਸੰਸਾਰ ਨੂੰ ਵੀ ਇਹਨਾਂ ਦੇ ਪੈਰੀਂ ਪਾਇਆ। ਆਓ ਇਸ ਵਿਸ਼ੇ 'ਤੇ ਆਪਾਂ ਗੁਰੂ ਪਾਤਸ਼ਾਹ ਕਿਰਪਾ ਕਰਨ, ਕੁਝ ਵਿਚਾਰਾਂ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਸੀ, ਤੋ ਉਸ ਤੋਂ ਪਹਿਲਾਂ ਪਹਿਲੇ ਚਾਰਾਂ ਗੁਰੂਆਂ ਨੇ ਵੀ ਬਹੁਤ ਬਾਣੀ ਰਚੀ। ਬਾਬੇ ਨਾਨਕ ਜੀ ਨੇ ਸ਼ੁਰੂਆਤ ਕਰ ਦਿੱਤੀ ਸੀ ਔਰ ਨਾਲ ਇਹ ਬਚਨ ਵੀ ਕਰ ਦਿੱਤਾ ਸੀ ਕਿ ਲਿਖੇ ਬਾਝੋਂ ਸੁਰਤ ਨਾਹੀਂ ਬੋਲ ਬੋਲ ਗਵਾਈ ਹੈ। ਬਈ ਜੋ ਵੀ ਗੱਲ ਲਿਖੀ ਜਾਵੇ ਉਹ ਯਾਦ ਰਹਿੰਦੀ ਹੈ, ਦੂਜੀ ਭੁੱਲ ਜਾਂਦੀ ਆ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਇੱਕ ਪੋਥੀ ਵੀ ਰੱਖਦੇ ਸਨ, ਜਿਹਦੇ ਵਿੱਚ ਉਚਾਰਨ ਕੀਤੇ ਸ਼ਬਦ ਲਿਖੇ ਜਾਂਦੇ ਸੀ। ਔਰ ਉਹ ਪਹਿਲੇ ਚਾਰਾਂ ਗੁਰੂਆਂ ਦੀ ਬਾਣੀ ਜੋ ਪੋਥੀਆਂ ਵਿੱਚ ਬਿਰਾਜਮਾਨ ਸੀ, ਤੀਜੇ ਪਾਤਸ਼ਾਹ ਤੱਕ ਤਿੰਨਾਂ ਗੁਰੂਆਂ ਦੀ ਬਾਣੀ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਸਤਿਗੁਰੂ ਅਮਰਦਾਸ ਮਹਾਰਾਜ ਜੀ, ਔਰ ਉਹ ਸਾਰੀਆਂ ਪੋਥੀਆਂ ਜਿਹੜੀਆਂ ਸਨ ਰਚੀ ਹੋਈ ਬਾਣੀ ਦੀਆਂ ਬਾਬਾ ਮੋਹਨ ਜੀ ਕੋਲ ਰੱਖ ਦਿੱਤੀਆਂ ਔਰ ਉਹਨਾਂ ਨੂੰ ਹੁਕਮ ਦਿੱਤਾ ਕਿ ਤੇਰੇ ਕੋਲ ਰਾਮਦਾਸ ਜੀ ਦੇ ਪੁੱਤਰ ਪੰਜਵਾਂ ਗੁਰੂ ਅਰਜਨ ਦੇਵ ਆਵੇਗਾ, ਇਹ ਪੋਥੀਆਂ ਉਹਨਾਂ ਨੂੰ ਦੇਣੀਆਂ। ਤੇ ਉਹਨਾਂ ਨੇ ਉਸ ਦੀ ਪੂਰੀ ਸੇਵਾ ਸੰਭਾਲ ਕੀਤੀ। ਜਦ ਸਮਾਂ ਆਇਆ, ਭਾਈ ਗੁਰਦਾਸ ਜੀ ਨੇ ਦੇਖਿਆ ਕਿ ਮਾਤ ਲੋਕ ਦੇ ਵਿੱਚ ਬਹੁਤ ਸਾਰੇ ਲੋਕ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਗੁਰੂਆਂ ਦੀ ਰੀਸ ਕਰਕੇ ਸ਼ਬਦ ਲਿਖਣ ਲੱਗੇ ਆਪਦੀ ਮਨਮੱਤ ਦੇ, ਔਰ ਅਖੀਰ ਤੇ ਨਾਨਕ ਸ਼ਬਦ ਲਿਖ ਦਿੰਦੇ। ਤਾਂ ਗੁਰੂ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੇ ਘਰ ਦੇ ਵੇਦ ਵਿਆਸ, ਜਿਹੜੀ ਦਿਵ ਦ੍ਰਿਸ਼ਟੀ ਲੰਮੀ ਦ੍ਰਿਸ਼ਟੀ ਰੱਖਦੇ ਹਨ, ਜਦ ਉਹਨਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਲਿਖ ਲਿਖ ਕੇ ਥੱਲੇ ਨਾਨਕ ਦੀ ਮੋਹਰ ਲਾਉਣੀ ਦੇਖਿਆ, ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਕੋਲ ਬੇਨਤੀ ਕੀਤੀ, ਮਹਾਰਾਜ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਆਪਣੀ ਮਨਮਤ ਦੇ ਸ਼ਬਦ ਲਿਖ ਕੇ ਥੱਲੇ ਨਾਨਕ ਅੰਕ ਪਾ ਦਿੰਦੇ ਆ, ਨਾਨਕ ਸ਼ਬਦ ਪਾ ਦਿੰਦੇ ਆ, ਤੇ ਇਹਦੇ ਨਾਲ ਕੀ ਹੋਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਮਿਲਾਵਟ ਹੋ ਜਾਵੇਗੀ, ਸੰਗਤ ਨੂੰ ਸਮਝ ਨਹੀਂ ਲੱਗਣੀ ਕਿਹੜੀ ਬਾਣੀ ਸੱਚੀ ਹੈ ਤੇ ਕਿਹੜੀ ਕੱਚੀ ਹੈ। ਤੀਜੇ ਪਾਤਸ਼ਾਹ ਨੇ ਵੀ ਉਚਾਰਿਆ, ਸਤਿਗੁਰਾਂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਤਾਂ ਇਹ ਭਾਈ ਸਾਹਿਬ ਜੀ ਨੇ ਫਿਰ ਕਿਵੇਂ ਉਚਾਰਿਆ, ਮਿਹਰਬਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਪਿਰਥੀ ਚੰਦ ਦਾ ਪੁੱਤਰ ਮਿਹਰਬਾਨ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਪਿਰਥੀ ਚੰਦ ਨੇ ਗੁਰਤਾ ਗੱਦੀ ਲੈਣ ਵਾਸਤੇ ਬੜੇ ਹੱਥ ਪੈਰ ਮਾਰੇ ਪਰ ਮਿਲੀ ਨਹੀਂ।
फिर अपने पुत्र नूं कह गया ते पुत्र जिहड़ा सी मेहरबान वो गुरु अर्जन देव जी की रीस करन लग्या। मेहरबान पुत्र पिरथीए दा कवीशरी करे, पारस हिंदवी संस्कृत नाले गुरमुखी पढ़े, तिन पी बाणी बहुत बनाई, भोग श्री नानक जी दा पाई। वो भी बनाउण लगे बाणी ते भोग दा मतलब है अखीर ते शब्द नानक लिख दिंदा है। डोम लगे शब्द मीनिया दे गावन, दूआ दरबार गुरियाई दा वड्डा लगे बनावन। भाव गुरु नानक दे एंटी सच दे एंटी झूठ दा दर खड़ा करन लगे और मरासी जिहड़े सन वो मेहरबान दे बनाए शब्दां नूं गाउण लगे। सो जदों भाई गुरदास जी ने किसी मरासी कोलों किसी गवैये कोलों ये शब्द सुनिया भी ये गुरु की बाणी का शब्द तो है नहीं, फिर ये किने बना दिता। खोज की पता लग्या ये मेहरबान ने उचारिया। जो शब्द विच मेहरबान का नाम आया ना किते पता लग्या भी शब्द तो मेहरबान का उचारिया। तो भाई गुरदास जी ने बचन किया, महाराज कुछ करिए इउं तां बाणी विच रला हो जाएगा। सतगुरु अर्जन देव महाराज जी कहते गुरु की बाणी जुदा करिए, मीने पांदे ने रला से विच रला ना धरीए, किते मिलावट ना हो जाए। तो फिर उन्होंने उस वेले तैयारी करके लगभग 1604 दे विच अपनी बाणी ते पहले 4 गुरुआं की बाणी एकत्र करके एक बीड़ 1604 में श्री हरमंदर साहब प्रकाश कर दी। और आप जी साइड ते बैठन लगे और उस दिन तो ही शब्द गुरु नूं मानो प्रगट कर दिता है, पर हजे गद्दी नहीं सी मिली पूर्ण तौर ते। हजे गद्दी वाला कारज करना सी। तो इस तरह गुरु प्यारिओ सतगुरु अर्जन देव महाराज जी ने गुरु ग्रंथ साहिब जी की रचना करके संगतां नूं ये दस दिता कि शब्द गुरु है। और आप जी का आसन भी कोठड़ी साहब जो अकाल तख्त साहिब सचखंड है हुण इहदे विच पलंगे दे हेठां लगन लग्या। आप जी थल्ले पैंदे गुरु ग्रंथ साहिब जी नूं पलंगे ते विराजमान करदे। समा बतीत हुंदा गया और श्री गुरु अर्जन देव महाराज जी शहीदियाँ पा गए। उस तो बाद 6वें पातशाह का समा आया, जंगा युद्धां का समा चल पिया। पहली जंग वेले 6वें पातशाह जी नूं श्री अमृतसर साहब छड्डना पिया जब बीबी बीरो का विआह होया उन्हां दिनां दे विच। और अगे चल के फिर बाबा गुरदित्ता जी ने कीरतपुर नगर वसाया, उत्थे चले गए। ते जिहड़ा धीर मल सीगा यह अपनी माता दे नाल बाबे बकाले रहन लग्या। उतों फिर जद यदी कोई गल ना बनी गुरु बनने की कोशिश की। ये पंजवें पातशाह जी वाला स्वरूप जिहड़ा सी ना बीड़ साहिब वो अपने नाल करतारपुर लै गया ते अपने आप नूं यह गुरु जाहर करन की कोशिश करन लगे। पर अखीर मक्खण शाह लवाणे दे राही 9वें पातशाह प्रगट हो गए। यो 5वें पातशाह जी ने गुरु ग्रंथ साहिब जी महाराज की रचना तो कर दी सी पर हजे गद्दी नहीं सी दिती। पूर्ण तौर पे
ਸ਼ਬਦ ਨੂੰ ਹਜੇ ਜਿਹੜੀ ਪਾਵਰ ਸੀ ਉਹ ਸੰਗਤਾਂ ਨੂੰ ਦੱਸੀ ਨਹੀਂ ਸੀ। ਪਾਵਰ ਤਾਂ ਸ਼ਬਦ ਵੀ ਸ਼ੁਰੂ ਤੋਂ ਹੀ ਆ। ਬਾਣੀ ਵਿੱਚ ਲਿਖਿਆ, ਸ਼ਬਦੇ ਧਰਤੀ ਸ਼ਬਦੇ ਆਕਾਸ਼, ਸ਼ਬਦੈ ਸ਼ਬਦ ਭਇਆ ਪ੍ਰਕਾਸ਼, ਸਗਲ ਸਮਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ, ਸ਼ਬਦ ਕੋ ਚੀਨ ਭਾਈ ਸ਼ਬਦ ਕੋ ਖੋਜ ਭਾਈ, ਸ਼ਬਦ ਕੇ ਚਾਨਣੇ ਇੱਕ ਬਸਤ ਪਾਈ, ਸ਼ਬਦ न जाने से अन्य बोले से कित आए संसारा, शब्द गुर पीरा गहर गंभीरा, बिन शब्द है जग बौरानन। ਸਮਾਂ ਬਤੀਤ ਹੁੰਦਾ ਗਿਆ। ਜਿਸ ਵੇਲੇ ਨੌਵੇਂ ਪਾਤਸ਼ਾਹ ਜੀ ਨੇ ਸੋਢੀਆਂ ਦੇ ਈਰਖਾ ਕਰਨ ਕਰਕੇ ਬਕਾਲਾ ਸਾਹਿਬ ਨੂੰ ਛੱਡਿਆ, ਸੰਗਤਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਾਲ ਲਿਆਂਦਾ, ਭਾਵੇਂ ਬਾਕੀ ਸਭ ਕੁਝ ਧੀਰਮਲ ਨੂੰ ਦੇ ਆਏ। ਮਾਇਆ ਵੀ 500 ਮੋਹਰ ਉੱਥੇ ਛੱਡਿਆ ਏ। ਪਰ ਜਦ ਗੁਰੂ ਤੇਗ ਬਹਾਦਰ ਮੈਨੂੰ ਪਤਾ ਲੱਗਿਆ ਕਿ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਲੈ ਆਈਆਂ, ਤਾਂ ਉਹਨਾਂ ਨੇ ਹੁਕਮ ਦਿੱਤਾ ਕਿ ਸਰੂਪ ਵਾਪਸ ਧੀਰਮਲ ਨੂੰ ਦੇ ਕੇ ਆਓ। ਸੰਗਤਾਂ ਕਹਿਣ ਲੱਗੀਆਂ, ਜੀ ਇਹ ਤਾਂ ਗੁਰੂ ਦੀ ਬਾਣੀ ਗੁਰੂ ਕੋਲ ਹੋਣੀ ਚਾਹੀਦੀ ਆ, ਤੁਸੀਂ ਗੁਰੂ ਹੋ ਇਸ ਵੇਲੇ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਉਹਦੇ ਕੋਲੇ ਦੇ ਕੇ ਆਓ, ਲੋੜ ਪਈ ਤਾਂ ਫਿਰ ਪ੍ਰਗਟ ਹੋ ਜਾਵੇਗੀ। ਸਿੱਖ ਸੰਗਤਾਂ ਤਾਂ ਨਾ ਮੋੜਨ ਗਈਆਂ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਹ ਸਰੂਪ ਮੰਜੀ ਸਾਹਿਬ ਸਮੇਤ ਬਿਆਸਾ ਦਰਿਆ ਦੇ ਹਵਾਲੇ ਕਰਤਾ। ਕਹਿੰਦੇ ਲੈ ਮਿੱਤਰਾ, ਆ ਸਾਂਭ ਕੇ ਰੱਖੀ, ਤੇਰੇ ਕੋਲੇ ਧੀਰਮਲ ਆਊਗਾ, ਉਹਨੂੰ ਦੇ ਦੀ ਸਹੀ ਸਲਾਮਤ। ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਇਹ ਸਾਰੀਆਂ ਕੁਦਰਤੀ ਤਾਕਤਾਂ ਗੁਰੂ ਨਾਨਕ ਦੇ ਹੁਕਮ ਵਿੱਚ ਚੱਲਦੀਆਂ। ਤੇ ਉਹ ਮੰਜੀ ਸਾਹਿਬ ਸਮੇਤ ਗ੍ਰੰਥ ਸਾਹਿਬ ਦੇ ਉਸ ਬਿਆਸਾ ਦਰਿਆ ਦੇ ਵਿੱਚ ਚਲਿਆ ਗਿਆ ਥੱਲੇ। ਤੇ ਇੱਕ ਜਾਂਦੇ ਰਾਹੀ ਨੂੰ ਕਹਿ ਦਿੱਤਾ ਕਿ ਜਾ ਕੇ ਬਕਾਲੇ ਧੀਰਮਲ ਨੂੰ ਕਹਿ ਦੀ ਕਿ ਜੋ ਬੀੜ ਹੈ ਪੰਜਵੇਂ ਪਾਤਸ਼ਾਹ ਲਿਖੀ ਹੋਈ ਉਹ ਆ ਕੇ ਲੈ ਜਾ, ਬਿਆਸਾ ਦਰਿਆ 'ਚ ਪਈ ਆ। ਜਦੋਂ ਜਾ ਕੇ ਸੁਨੇਹਾ ਦਿੱਤਾ ਤੇ ਕਈਆਂ ਨੇ ਤਾਂ ਫਿਰ ਮਜ਼ਾਕ ਕੀਤਾ ਵੀ ਤੇਰੇ ਨਾਲ ਮਜ਼ਾਕ ਕਰਦੇ ਆ। ਪਾਣੀ ਦੇ ਵਿੱਚ ਛੱਡਿਆ ਹੋਇਆ ਸਰੂਪ ਜਿਹੜਾ ਹੈ ਉਹ ਕਿਵੇਂ ਬਚੇਗਾ, ਪਾਣੀ 'ਚ ਘੁਲ ਜਾਵੇਗਾ ਗ੍ਰੰਥ ਸਾਹਿਬ। ਤੇ ਕਈਆਂ ਨੇ ਕਿਹਾ ਯਾਰ ਜੇ ਉਹ ਪੂਰਨ ਗੁਰੂ ਹੈ ਤੇ ਫਿਰ ਉਹਦਾ ਹੁਕਮ ਪਾਣੀ ਵੀ ਮੰਨੂਗਾ, ਨਹੀਂ ਘੋਲੇਗਾ, ਪਤਾ ਤਾਂ ਲੈਣਾ ਚਾਹੀਦਾ। ਬਕਾਲੇ ਆ ਕੇ ਜਦ ਦੱਸਿਆ ਤੇ ਧੀਰਮਲ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਬਿਆਸਾ ਦਰਿਆ ਤੇ ਆ ਗਿਆ ਔਰ ਉਹਦੇ ਵਿੱਚੋਂ ਲੱਭਣ ਲੱਗਿਆ ਗ੍ਰੰਥ ਸਾਹਿਬ ਦਾ ਸਰੂਪ। ਉਹਨੂੰ ਲੱਭੇ ਨਾ, ਬਾਰ-ਬਾਰ ਅਰਦਾਸ ਕਰੇ ਤੇ 8ਵੇਂ ਪਾਤਸ਼ਾਹ ਤੱਕ ਕਰੇ ਤੇ 9ਵਾਂ ਆਪਣੇ ਆਪ ਨੂੰ ਮੰਨੇ ਧੀਰਮਲ ਵੀ ਮੇਰੇ ਕੋਲੇ ਗ੍ਰੰਥ ਸਾਹਿਬ ਹੈ ਤੇ ਮੈਂ ਹੀ ਗੁਰੂ ਹਾਂ। ਉਹ ਕਈ ਵਾਰੀ ਅਰਦਾਸ ਕਰਕੇ ਵੀ ਇਹਨਾਂ ਨੇ ਲੱਭਣਾ ਕੀਤਾ ਟੋਭੇ ਵਾੜੇ ਵਿੱਚ ਦਰਿਆ ਦੇ। ਅਖੀਰ ਕਿਸੇ ਸਿਆਣੇ ਨੇ ਕਿਹਾ, ਭਾਈ ਸਾਹਿਬ ਜੀ ਇੱਕ ਵਾਰੀ ਗੁਰੂ ਤੇਗ ਬਹਾਦਰ ਨੂੰ ਯਾਦ ਕਰਕੇ ਦੇਖ ਲਓ, ਸ਼ਾਇਦ ਮਿਲ ਜਾਵੇ। ਉਹਨਾਂ ਨੂੰ ਗੁਰੂ ਮੰਨ ਕੇ ਦੇਖ ਲਓ ਇੱਕ ਵਾਰੀ 9ਵਾਂ। ਤਾਂ ਫਿਰ ਧੀਰਮਲ ਨੇ ਅਰਦਾਸ ਕੀਤੀ, ਸ਼੍ਰੀ ਹਰਿਕ੍ਰਿਸ਼ਨ ਧਿਆਈ ਐਟ ਸਭ ਦੁੱਖ ਜਾਏ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਭ ਥਾਈ ਹੋਏ ਸਹਾਇ, ਤੇ ਇੱਥੇ ਵੀ ਸਹਾਇਤਾ ਕਰੋ। ਜੇ ਸੱਚੀ ਮੁੱਚੀ ਤੁਸੀਂ ਇੱਥੇ ਗ੍ਰੰਥ ਸਾਹਿਬ ਰੱਖਿਆ ਤੇ ਸਾਨੂੰ ਦਿਓ, ਹੁਣ ਲਵਾਓ, ਅਸੀਂ ਤੁਹਾਨੂੰ ਗੁਰੂ ਮੰਨਦੇ ਹਾਂ। ਜਦ ਇੱਦਾਂ ਕਹਿ ਕੇ ਅਰਦਾਸ ਕੀਤੀ ਤੇ ਫਿਰ ਟੋਭੇ ਥੱਲੇ ਗਏ ਤੇ ਉਹਨਾਂ ਦੇ ਹੱਥ ਮੰਜੀ ਦਾ ਪਾਵਾ ਕਹਿੰਦੇ ਆ ਗਿਆ, ਜਿਹੜਾ ਕਿ ਮੰਜੀ ਸਾਹਿਬ ਸਮੇਤ ਗ੍ਰੰਥ ਸਾਹਿਬ ਬਰੇਤੀ ਦੇ ਹੇਠਾਂ ਚਲਿਆ ਗਿਆ ਸੀਗਾ, ਕਿਉਂਕਿ ਦਰਿਆ ਨੂੰ ਹੁਕਮ ਸੀ ਸਾਂਭ ਕੇ ਰੱਖੀ। ਬਰੇਤੀ ਦੇ ਥੱਲਿਓਂ ਕਹਿੰਦੇ ਉਹ ਮੰਜੀ ਸਾਹਿਬ ਸਮੇਤ ਗ੍ਰੰਥ ਸਾਹਿਬ ਬਾਹਰ ਕੱਢਿਆ, ਉੱਤੋਂ ਰੁਮਾਲੇ ਲਾਹੇ ਤਾਂ ਹੈਰਾਨ ਹੋ ਗਏ ਬਈ ਸਾਰਾ ਗ੍ਰੰਥ ਸਾਹਿਬ ਸੁੱਕਾ ਪਿਆ, ਕੇਵਲ ਬਾਹਰਲਾ ਪਾਸਾ ਥੋੜ੍ਹਾ ਥੋੜ੍ਹਾ ਗਿੱਲਾ ਹੋਇਆ। ਤੇ ਗ੍ਰੰਥ ਸਾਹਿਬ ਨੂੰ ਬੀੜ ਸਾਹਿਬ ਨੂੰ ਉੱਥੇ ਲੈ ਗਿਆ, ਉਹ ਮੁੜ ਕੇ ਉਹਦੇ ਕੋਲ ਰਹੀ। ਸਮਾਂ ਬਤੀਤ ਹੁੰਦਾ ਗਿਆ, 9ਵੇਂ ਪਾਤਸ਼ਾਹ ਜੀ ਹੋਰ ਕਾਰਜ ਕਰਦੇ ਰਹੇ। ਉਹਨਾਂ ਤੋਂ ਬਾਅਦ 10ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਉਹਨਾਂ ਨੂੰ ਅਨੰਦਪੁਰ ਸਾਹਿਬ ਵਿਖੇ ਗੁਰਤਾ ਗੱਦੀ ਦੇ ਦਿੱਤੀ ਗਈ। ਔਰ 10ਵੇਂ ਪਾਤਸ਼ਾਹ ਜੀ ਦਾ ਸਮਾਂ ਵੀ ਜੰਗਾਂ ਯੁੱਧਾਂ 'ਚ ਹੀ ਬਤੀਤ ਹੋਇਆ। ਕਈ ਵਾਰੀ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ
ਕਿਰਪਾ ਕਰੋ ਜਿਹੜੀ ਆਪ ਜੀ ਨੇ ਪਹਿਲੇ ਗੁਰੂਆਂ ਨੇ ਬਾਣੀ ਰਚੀ ਹੈ ਸਾਨੂੰ ਉਹਦੇ ਅਰਥ ਸਮਝਾ ਦਿਓ। ਆਪਣੇ ਮੁੱਖੋਂ ਅਰਥ ਦੱਸੋ, ਸਾਨੂੰ ਪਤਾ ਲੱਗੇ ਬਾਣੀ 'ਚ ਤੁਸੀਂ ਕੀ ਲਿਖਿਆ। ਕੋਈ ਹੋਰ ਅਰਥ ਕਰੇਗਾ ਤੇ ਉਹਨੂੰ ਕੀ ਪਤਾ ਹੋਵੇਗਾ ਕੀ ਲਿਖਿਆ। ਤੁਹਾਡੀ ਉਚਾਰਨ ਕੀਤੀ ਹੋਈ ਬਾਣੀ ਦਾ ਤੁਹਾਨੂੰ ਹੀ ਗੂੜ ਭਾਵ ਪਤਾ, ਸਾਨੂੰ ਦੱਸੋ। ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਣਾ ਕੋਈ ਨਹੀਂ ਸਿੱਖੋ, ਜੰਗਾਂ ਜੁਗਾਂ ਤੋਂ ਵਿਹਲੇ ਹੋ ਜਾਈਏ ਜੱਦਾਂ ਤੋਂ, ਫਿਰ ਤੁਹਾਨੂੰ ਬਾਣੀ ਦੇ ਅਰਥ ਵੀ ਸੁਣਾਵਾਂਗੇ ਬੈਠ ਕੇ ਇਕਾਂਤ ਵਿੱਚ। ਤਾਂ ਮੇਰੇ ਪ੍ਰੀਤਮ ਜੀ ਦੀਆਂ 14 ਜੰਗਾਂ ਹੋਈਆਂ। ਆਖਰੀ ਜੰਗ ਮੁਕਤਸਰ ਸਾਹਿਬ ਦੀ ਜੰਗ ਹੈ। ਵੈਸੇ 17 ਵੀ ਕਹਿ ਦਿੰਦੇ ਆ, 3 ਛੋਟੀਆਂ ਝੜਪਾਂ ਵੀ ਹੋਈਆਂ, ਵੱਡੀਆਂ 14 ਜੰਗਾਂ ਹੋਈਆਂ ਦੁਸ਼ਟਾਂ ਨਾਲ, ਕਦੇ ਪਹਾੜੀਆਂ ਨਾਲ, ਕਦੇ ਮੁਗਲਾਂ ਨਾਲ। ਉਹਨਾਂ ਜੰਗਾਂ ਦੇ ਵਿੱਚੋਂ ਆਖਰੀ ਜੰਗ ਹੈ ਸ੍ਰੀ ਮੁਕਤਸਰ ਸਾਹਿਬ ਦੀ। ਤੇ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਾਲਵੇ ਦੇ ਵਿੱਚ ਚਰਨ ਪਾਉਂਦੇ ਹੋਏ, ਮਾਲੋ ਮਾਲ ਕਰਦੇ ਹੋਏ ਇਸ ਕਿਲ੍ਹਾ ਸਾਹਿਬ ਦੇ ਵਿੱਚ, ਬਠਿੰਡੇ ਦੇ ਕਿਲ੍ਹੇ ਦੇ ਵਿੱਚ ਬੈਠ ਕੇ, ਜਿੱਥੇ ਪਾਤਸ਼ਾਹ ਨੇ ਬਚਨ ਕੀਤੇ ਦਿਓ ਨੂੰ, ਕਾਣੇ ਦਿਓ ਨੂੰ ਕਿ ਨਿਕਲ ਜਾ ਹੁਣ ਇੱਥੋਂ ਚਲਿਆ ਜਾ, ਜਿਸ ਨੂੰ ਅਸੀਂ ਪਹਿਲਾਂ ਜੰਗਲ ਦਾ ਇਲਾਕਾ ਕਹਿੰਦੇ ਸੀ। ਉਦਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਸਾਡਾ ਮਾਲਵਾ ਹੈ, ਅਸੀਂ ਇਹਨੂੰ ਮਾਲੋਵਾਲ ਕਰਨਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਇਲਾਕੇ ਦਾ ਨਾਮ ਮਾਲਵਾ ਰੱਖਿਆ। ਕਹੋ ਸਤਨਾਮ ਸ੍ਰੀ। ਉਹਨਾਂ ਦਿਨਾਂ ਵਿੱਚ ਮੇਰੇ ਪ੍ਰੀਤਮ ਜੀ ਦਮਦਮਾ ਸਾਹਿਬ ਤਲਵੰਡੀ ਉਤਰੇ ਹੋਏ ਸੀ, ਇੱਥੇ ਆ ਕੇ ਟਿਕਾਣਾ ਕਰ ਲਿਆ ਸੀ। ਪਰ ਫਿਰ ਮਗਰ ਮੁਗਲ ਫੌਜਾਂ ਨਹੀਂ ਆਈਆਂ, ਪਹਾੜੀਏ ਨਹੀਂ ਆਏ, ਸ਼ਾਂਤੀ ਵਰਤ ਗਈ। ਸਤਿਗੁਰਾਂ ਨੇ ਇਸ ਕਿਲ੍ਹੇ ਵਿੱਚ ਵੀ ਆ ਕੇ ਚਰਨ ਪਾਏ। ਸ਼ਾਇਦ ਇਹ ਵੀ ਖਿਆਲ ਹੋਵੇ ਕਿ ਜੇ ਮੁਗਲ ਦੁਬਾਰਾ ਮਗਰ ਆਏ ਤੇ ਫਿਰ ਇਹ ਕਿਲ੍ਹਾ ਵਰਤਾਂਗੇ। ਚਲੋ ਖੈਰ ਉਸ ਤੋਂ ਬਾਅਦ ਲੋੜ ਨਹੀਂ ਪਈ ਜੰਗਾਂ ਦੀ। ਕੁਝ ਸਮਾਂ ਸ਼ਾਂਤੀ ਦਾ ਬਤੀਤ ਹੋਇਆ। ਸਿੱਖ ਸੰਗਤਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਹੁਣ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਪੰਜਵੇਂ ਪਾਤਸ਼ਾਹ ਨੇ ਲਿਖਿਆ ਬੀੜ ਸਾਹਿਬ, ਉਹਦੇ ਅਰਥ ਕਰਕੇ ਸਾਨੂੰ ਦੱਸਣੇ ਕਰੋ, ਸਾਨੂੰ ਸਮਝ ਆਵੇ ਬਾਣੀ ਕੀ ਕਹਿੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਫਿਰ ਇੱਦਾਂ ਕਰੋ ਸਿੱਖੋ, ਤੁਸੀਂ ਜਾਓ ਧੀਰਮਲ ਦੇ ਕੋਲ ਤੇ ਉਸ ਨੂੰ ਕਹੋ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਪਵਿੱਤਰ ਬਾਣੀ ਦਾ ਸਰੂਪ ਮੰਗਵਾਇਆ ਹੈ, ਅਰਥ ਕਰਕੇ ਸੁਣਨੇ ਹਨ, ਸੰਗਤਾਂ ਨੇ ਕਥਾ ਸੁਣਨੀ ਹੈ ਗੁਰਬਾਣੀ ਦੀ। ਤੋ ਸਤਿਗੁਰਾਂ ਨੇ ਇੱਕ ਜਥਾ ਭੇਜਿਆ ਸਿੰਘਾਂ ਦਾ, ਇਤਿਹਾਸ 'ਚ ਲਿਖਿਆ 25 ਸਿੰਘਾਂ ਦਾ ਜਥਾ ਭੇਜਿਆ ਵੀ ਜਾਓ ਸਤਿਕਾਰ ਸਹਿਤ ਬਾਣੀ ਲੈ ਕੇ ਆਓ ਉੱਥੋਂ। ਜਿਸ ਵੇਲੇ 25 ਸਿੰਘਾਂ ਦਾ ਜਥਾ ਜਾ ਕੇ ਧੀਰਮਲ ਨੂੰ ਕਹਿੰਦਾ ਕਿ ਭਾਈ ਗੁਰੂ ਸਾਹਿਬ ਨੇ ਸਾਨੂੰ ਭੇਜਿਆ ਤੇ ਸਾਨੂੰ ਗ੍ਰੰਥ ਸਾਹਿਬ ਦੇ ਦਿਓ। ਧੀਰਮਲ ਕਹਿਣ ਲੱਗਿਆ ਇਹ ਤਾਂ ਸਾਡੇ ਬਾਬੇ ਦਾ, ਕਿਉਂਕਿ ਉੱਥੋਂ ਦਫਾੜ ਪੈ ਗਿਆ ਸੀ। ਭਾਵੇਂ ਸੋਢੀ ਸਾਰੇ ਇੱਕੋ ਕੁੱਲ ਦੇ ਆ, ਰਾਮਦਾਸ ਪਿਤਾ ਦੀ ਵੰਸ਼ ਹੈ ਸਾਰੀ, ਪਰ ਕੁਝ ਈਰਖਾ ਫਰਕ ਪੈ ਗਿਆ, ਫਿਰ ਸਾਡਾ ਸੋਡਾ ਹੋ ਗਿਆ। ਧੀਰਮਲ ਕਹਿਣ ਲੱਗੇ ਇਹ ਤਾਂ ਸਾਡੇ ਬਾਬੇ ਦਾ। ਸਿੰਘਾਂ ਨੇ ਕਿਹਾ ਉਹ ਵੀ ਤਾਂ ਤੁਹਾਡਾ ਬਾਬਾ ਹੀ ਹੈ, ਉਹ ਕਿਹੜਾ ਕੋਈ ਹੋਰ ਹੈ, ਸਭ ਦੇ ਹੁੰਦੇ ਆ ਗੁਰੂ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਭੇਜਿਆ ਤੇ ਸਾਨੂੰ ਗ੍ਰੰਥ ਸਾਹਿਬ ਦੇ ਦਿਓ। ਧੀਰਮਲ ਕਹਿਣ ਲੱਗਿਆ ਜੀ ਉਹ ਗੁਰੂ ਹੈ ਤੇ ਫਿਰ ਆਪਦਾ ਆਪੇ ਲਿਖ ਲਵੇ, ਮੈਂ ਨਹੀਂ ਦਿੰਦਾ। ਹੁਣ ਬਹੁਤਾ ਜਥੇ ਨੇ ਕੀ ਕਹਿਣਾ ਸੀ। ਸਿੰਘ ਵਾਪਸ ਆ ਗਏ, ਆ ਕੇ 10ਵੇਂ ਪਾਤਸ਼ਾਹ ਜੀ ਨੂੰ ਦਮਦਮਾ ਸਾਹਿਬ ਤਲਵੰਡੀ ਮਿਲੇ, ਬੇਨਤੀ ਕੀਤੀ ਪਾਤਸ਼ਾਹ ਉਹ ਤਾਂ ਇੱਦਾਂ ਬੋਲਦਾ, ਕਹਿੰਦਾ ਇਹ ਤਾਂ ਸਾਡੇ ਬਾਬੇ ਦਾ, ਜੇ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲਵੇ। ਕਹਿੰਦੇ ਬਸ ਠੀਕ ਹੈ, ਜੇ ਗ੍ਰੰਥ ਸਾਹਿਬ ਨਹੀਂ ਆਏ ਤੇ ਗ੍ਰੰਥ ਸਾਹਿਬ ਦੇ ਕੋਲੋਂ ਬਚਨ ਤਾਂ ਆ ਗਿਆ ਸਾਡੇ ਕੋਲ, ਆਪਾਂ ਆਪ ਲਿਖ ਲਵਾਂਗੇ, ਗੁਰੂ ਸਾਹਿਬ ਕਿਰਪਾ ਕਰਨਗੇ, ਆਪੇ ਬਾਣੀ ਆ ਜਾਵੇਗੀ। ਤਾਂ ਫਿਰ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ, ਇਹਨਾਂ 2 ਸਿੱਖਾਂ ਦੀ ਡਿਊਟੀ ਲਈ ਆਪਣੇ ਨਾਲ। ਬਾਬਾ ਦੀਪ ਸਿੰਘ ਜੀ ਨੂੰ ਵੀ ਕਈ ਫਾਰਸੀਆਂ ਕਈਆਂ ਭਾਸ਼ਾਵਾਂ ਦਾ ਗਿਆਨ ਕਰਵਾਇਆ ਸੀ ਸਤਿਗੁਰਾਂ ਨੇ ਸਮੇਂ ਸਮੇਂ। ਔਰ ਭਾਈ ਮਨੀ ਸਿੰਘ ਜੀ, ਇਹਨਾਂ ਦੋਵਾਂ ਦੀ ਡਿਊਟੀ ਲਾਈ ਵੀ ਆਪਾਂ ਗੁਰਬਾਣੀ ਲਿਖਣੀ ਹੈ। ਉਸ ਇਲਾਕੇ ਦੇ ਵਿੱਚ ਇੱਕ ਜਗ੍ਹਾ ਸਾਫ਼ ਕੀਤੀ ਗਈ ਜਿੱਥੇ ਤੰਬੂ ਲਾਏ ਗਏ, ਤੇ ਤੰਬੂ ਲਾਉਣ ਤੋਂ ਬਾਅਦ ਗੁਰੂ ਪਿਆਰਿਓ
सतगुरु गोबिंद सिंह महाराज जी उस तंबू दे विच बैठ के बाणी उचारण करते हैं। भाई साहब भाई मनी सिंह जी लिखते हैं, बाबा दीप सिंह जी नाल सहायक जिन्हों ने सारी तैयारी करनी है कलमां दी, स्याही दी, कागज दी। इस तरह इन बिन पूरी बाणी एक ओंकार तो लैके 18, 10, 20 तक सारी उस तरह लिखी गई। और जिथे जिथे नौवें पातशाह जी की बाणी नहीं सी उत्थे उत्थे वो बाणी भी पा दी गई, क्योंकि उस बीड़ विच पंजवें पातशाह तक बाणी सी। छेवें ने रची नहीं, जंगा युद्धां में समा लंघ गया। सतवें पातशाह जी ने बाणी का सत्कार सिखाया। 8वें पातशाह जी ने भी अपने मुताबक जो कारज करने सन बाणी के परथाए किते, संगतां दे विच विचर के जिन्ना समा उन्हां नूं मिलिया। 9वें पातशाह जी ने बैरागमई बाणी रची, जो कि बाणी दिल्ली दे उस जेल विच बैठ के भी रची गई सी। जिहड़े श्लोक है ना भोग दे, ये उत्थे बैठ के रचे गए सन। और सारी बाणी भी 10वें पातशाह जी दे कोल पहुँचा दी गई शहीदी तो पहला। और नाल ही वो चिट्ठी भी लिखी सी, ते चिट्ठी दे विच परिवार नूं धीरज भी दिता सीगा, ते नाल श्लोक भी लिखे सी, राम गयो रावण गयो जाको बहु परिवार, कहो नानक थिर कछ नहीं। ये सारे श्लोकां दे विचों पिछले कुछ श्लोक जिहड़े आ ना माता जी होरां नूं धीरज देण वास्ते लिखे सन, भावें कि वो भी तां ब्रह्म ज्ञानी गुरु दे सपत्नी है माता गुजरी जी। धीरज दिता, तुसी पुत्रां पोतरियां दे हजे दर्शन करने हैं, उन्हां दी संभाल करनी है। धीरज रखना वो जरूरी नहीं कि असी वापस आईए। हुण शहबजादा गुरु गोबिंद सिंह बन के गोबिंद राय, शहबजादा गोबिंद राय हुण बागडोर संभालणगे संगतां दी। तो उस तो बाद बाबा जैता रंगरेटा गुरु का बेटा 9वें पातशाह जी का सीस लैके पहुंचे। उस तो बाद पातशाह जी ने फिर जंगा युद्धां दे विच विचरना कीता। फिर आखिरला जंग करन तो बाद दमदमा साहिब तलवंडी आके बैठे, ते फिर इत्थे बैठ करके सारी बाणी उचारनी शुरू की एक ओंकार तो लैके। और लड़ीवार सारी बाणी पहले पातशाह जी, दूजे पातशाह जी की, तीजे चौथे दे पंजवें दी, ते अगे जाके 9वें पातशाह की बाणी, ते फिर भगतां की बाणी। है सारी बाणी उस तरह पातशाह जी ने भाई साहब भाई मनी सिंह तो लिखवा दी। जिन्नी बाणी अमृत वेले लिखी जाती, उस बाणी दे शाम नूं अर्थ करके संगतां नूं शाम दे दीवानां विच सुनाए जांदे। दसदे है उस वेले धन गुरु गोबिंद सिंह जी तो कथा सुनते सुनते 48 सिख जो लगातार कथा सुनी जिन्हां ने सारी, गुरु प्यारिओ उन्हां चों कुछ सिख तां सने दे ही चले गए। धुरकी बाणी आई तिन सगली चिंत मिटाई। सिख पुछदे आ जी फलाना सिख, कहंदे वो तां चलिया गया। महाराज किवें चलिया गया? कहने बस ये बाणी लै गई, जिहड़ा बाणी नाल जुड़ गया बाणी उत्थे लै जांदी है जिथों आई है। कहन लगे जी वो किवें? ते पातशाह ने कौतक किया। 2 खंभ दे करके सिखां नूं कहा कि इन्हां नूं तीरां नाल जोड़ो, आ जाओ मैदान दे विच। 2 तीरां दे नाल वो खंभ फिट कीते गए, ते आकाशां नूं खिच के खंभ तीर छड़ दिते। सिखां नूं कहंदे लभ के लियाओ। बड़ा ख्याल रखिया, तीर मुड़ के नहीं आए। कहंदे जी किधर गए तीर? ये कहंदे जिथों खंभ आए सी। खंभ विकांदड़े जे लाहा किन्ना सावी तोल, ये वो खंभ नहीं खैर। सेवा सिमन 2 खंभ है सिख दे, इहदी आत्मा नूं परमेश्वर तक लिजाण वास्ते। ते ये जिहड़े खंभ सी ये हवाऊं पंछी दे खंभ सी, जिहड़ा आकाशां विच ही रहिंदा थल्ले नहीं आउंदा। कहंदे ਉਹਦੇ खंभ 10वें पातशाह जी कहंदे मैनूं कोई ब्रह्म ज्ञानी दे गया सी। ये वो खंभ सी जिथों खंभ आए सी उत्थे तीर चले गए। ये उदाहरण है एक, ये बाणी जिथों आई है, जे कोई बाणी दे पल्ला फड़ लवे तो बाणी इहनूं अपने देश ले जाती है। धुरकी बाणी आई तिल सगली चिंत मिटाई, बाणी गुरु गुरु है बाणी, बिच बाणी अमृत सारे।
गुरबाणी कहे सेवक जन मानै प्रतः गुरु निस्तारे, वाहो वाहो बाणी निरंकार है तिस जेवड़ अवर न कोई। ਇਹ ਸਤਿਗੁਰਾਂ ਨੇ ਸਿੱਖਾਂ ਨੂੰ ਗੁਰਬਾਣੀ ਦੇ ਅਰਥ ਸੁਣਾਏ। ਉਸ ਤੋਂ ਬਾਅਦ ਲਗਭਗ 1704 ਦੇ ਵਿੱਚ ਇਹ ਕਾਰਜ ਪੂਰਾ ਕਰਕੇ ਮੇਰੇ ਪ੍ਰੀਤਮ ਜੀ ਨੇ ਇੱਥੋਂ ਚਾਲੇ ਪਾ ਦਿੱਤੇ ਤੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਹੈੱਡ ਗ੍ਰੰਥੀ ਥਾਪਿਆ ਔਰ ਭਾਈ ਮਣੀ ਸਿੰਘ ਜੀ ਦੀ ਡਿਊਟੀ ਲਾਈ ਸ਼੍ਰੀ ਹਰਿਮੰਦਰ ਸਾਹਿਬ। ਉਹਨਾਂ ਨੇ ਉੱਥੋਂ ਦੀ ਬਾਗਡੋਰ ਸੰਭਾਲੀ ਹਰਿਮੰਦਰ ਸਾਹਿਬ ਦੀ। ਔਰ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਨਾਲ ਇਹ ਵੀ ਲਾਈ ਕਿ ਗੁਰਬਾਣੀ ਦੇ ਹੋਰ ਗ੍ਰੰਥ ਵੀ ਲਿਖੇ ਜਾਣ ਇਹਨੂੰ ਵੇਖ ਕੇ। ਤੇ ਬਾਬਾ ਦੀਪ ਸਿੰਘ ਜੀ ਨੇ ਫਿਰ ਗੁਰਬਾਣੀ ਦੇ ਕਈ ਉਤਾਰੇ ਕਰਕੇ ਦੇਣੇ ਕੀਤੇ। ਇੱਕ ਉਤਾਰਾ ਸਤਿਗੁਰੂ ਪਾਤਸ਼ਾਹ ਜੀ ਆਪਣੇ ਨਾਲ ਲੈ ਗਏ ਜੋ ਪਹਿਲਾਂ ਆਪਨੇ ਲਿਖਵਾਇਆ, ਔਰ ਇੱਕ ਇਹਨਾਂ ਨੂੰ ਦੇ ਕੇ ਗਏ ਔਰ ਇਹਨਾਂ ਨੇ ਉਤਾਰੇ ਕਰਕੇ ਰੱਖੇ ਗ੍ਰੰਥਾਂ ਦੇ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਮੇਰੇ ਪ੍ਰੀਤਮ ਜੀ ਚੱਲਦੇ ਚੱਲਦੇ ਅਨੇਕਾਂ ਯਾਤਰਾਵਾਂ ਦੌਰਾਨ ਜੀਵਾਂ ਨੂੰ ਤਾਰਦੇ ਹੋਏ ਨਾਂਦੇੜ ਸਾਹਿਬ ਪਹੁੰਚਦੇ ਹਨ ਤਾਂ ਨਾਂਦੇੜ ਸਾਹਿਬ ਜਾ ਕੇ ਕਿਸੇ ਨੇ ਕਿਹਾ, ਪਾਤਸ਼ਾਹ ਇੱਥੇ ਇੱਕ ਡੇਰਾ ਹੈ ਸਾਧ ਦਾ, ਉਹਦੇ ਡੇਰੇ 'ਚ ਨਾ ਜਾਇਓ। ਕਹਿੰਦੇ ਕਿਉਂ? ਕਹਿੰਦੇ ਜੀ ਉਹ ਬੰਦਾ ਬੜਾ ਖਰਾਬ ਹੈ, ਜਿਹੜਾ ਉਹ ਡੇਰੇ ਜਾਂਦਾ ਹੈ ਨਾ ਪਹਿਲਾਂ ਉਹਨੂੰ ਆਪਣੇ ਪਲੰਘੇ 'ਤੇ ਬਿਠਾਉਂਦਾ ਹੈ, ਫਿਰ ਮੁੜ ਕੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਪਲੰਘਾਂ ਲਟਾ ਕੇ ਬੇਇੱਜ਼ਤੀ ਕਰ ਦਿੰਦਾ। ਕਹਿੰਦੇ ਉਹਦੇ ਕੋਲ ਜ਼ਰੂਰ ਜਾਵਾਂਗੇ। ਕਹੋ ਸਤਨਾਮ ਸਿੰਘ, ਉਹਦੇ ਕੋਲ ਤਾਂ ਜ਼ਰੂਰ ਜਾਵਾਂਗੇ। ਇਉਂ ਪਾਤਸ਼ਾਹ ਵਿਚਰਦੇ ਹੋਏ ਉਸ ਇਲਾਕੇ 'ਚ ਬੰਦਾ ਸਿੰਘ ਬਹਾਦਰ ਦੇ ਉਸ ਡੇਰੇ ਵਿੱਚ ਚਲੇ ਗਏ। ਉਸ ਵੇਲੇ ਇਹਦਾ ਨਾਮ ਮਾਧੋ ਦਾਸ ਬਰਾਗੀ ਹੈ, ਪਰ ਪਿੱਛੋਂ ਇਹ ਰਾਜਕੁਮਾਰ ਹੈ, ਕਿਸੇ ਰਾਜੇ ਦਾ, ਰਾਜ ਘਰਾਣੇ ਦਾ ਪੁੱਤਰ ਹੈ। ਕਹੋ ਸਤਨਾਮ ਸਿੰਘ। ਤਾਂ ਮਾਧੋ ਦਾਸ ਬਰਾਗੀ ਸਾਧ ਡੇਰੇ 'ਚ ਨਹੀਂ ਹੈ, ਚੇਲੇ ਹਨ। ਸਿੰਘ ਗਏ, ਸਤਿਗੁਰੂ ਜਾ ਕੇ ਇਹਦੇ ਪਲੰਘੇ 'ਤੇ ਬੈਠ ਗਏ। ਉਹਦੇ ਚੇਲਿਆਂ ਨੇ ਮਾਧੋ ਦਾਸ ਨੂੰ ਦੱਸਿਆ, ਅੱਜ ਪਤਾ ਨਹੀਂ ਕੌਣ ਬੜੇ ਜਾਹੋ ਜਲਾਲ ਵਾਲਾ ਤੇਰੇ ਪਲੰਘੇ 'ਤੇ ਆ ਕੇ ਬੈਠ ਗਏ ਆਪੇ ਹੀ। ਅੱਛਾ, ਇਹਨੇ ਉੱਥੋਂ ਰਿੱਧੀਆਂ ਸਿੱਧੀਆਂ ਵਰਤਣੀਆਂ ਸ਼ੁਰੂ ਕੀਤੀਆਂ, ਬੜੀਆਂ ਤਾਕਤਾਂ ਵਰਤੀਆਂ, ਇਹ ਤੋਂ ਪਲੰਘਾ ਨਾ ਹੱਲਿਆ। ਜਦ ਇੱਕ ਪਾਵਾ ਉੱਠਣ ਲੱਗਿਆ, ਪਾਤਸ਼ਾਹ ਨੇ ਇੱਕ ਤੀਰ ਗੱਡਤਾ ਇੱਦਾਂ ਕਰਕੇ, ਦੂਜੇ ਪਾਸੇ ਉਲਟਾਉਣ ਲੱਗਿਆ, ਦੂਜਾ ਪਾਸਾ ਗੱਡਤਾ। ਚਾਰੇ ਪਾਵਿਆਂ 'ਚ ਵਾਰ-ਵਾਰ ਤੀਰ ਗੱਡੇ 'ਚ ਉਹਨੇ ਵਾਰ-ਵਾਰ ਸ਼ਕਤੀ ਲਾਈ ਤੇ ਪਾਤਸ਼ਾਹ ਨੇ ਉਹਦੀ ਸਾਰੀ ਸ਼ਕਤੀ ਖਿੱਚ ਲਈ। ਕਹੋ ਸਤਨਾਮ ਸ੍ਰੀ। ਬੜਾ ਜ਼ੋਰ ਲਾਇਆ, ਅਖੀਰ ਡੇਰੇ 'ਚ ਆ ਕੇ ਵੇਖਦਾ ਕੌਣ ਹੈ ਐਸਾ, ਉਹਦੇ ਪੈਰੀ ਪੈ ਗਿਆ ਪਾਤਸ਼ਾਹ ਜੀ ਦੇ। ਪਾਤਸ਼ਾਹ ਕਹਿੰਦੇ ਓਏ ਤੂੰ ਕੌਣ ਹੈ, ਕੀ ਗੱਲ ਹੈ, ਤੂੰ ਇੱਥੇ ਦੱਸਦੇ ਹੈ ਕਿ ਸਾਧੂਆਂ ਦੀ ਬੇਅਦਬੀ ਕਰਦਾ, ਪਲੰਘੇ 'ਤੇ ਬਿਠਾ ਕੇ ਉਲਟਾ ਦੇਣਾ। ਕਹਿੰਦਾ ਮਹਾਰਾਜ ਮੈਂ ਬੰਦਾ ਹੀ ਹਾਂ। ਕਹਿੰਦੇ ਬੰਦਾ ਤੇ ਫਿਰ ਬੰਦਿਆਂ ਵਾਲੇ ਗੱਲ ਕਰ, ਬੰਦਿਆਂ ਵਾਲੇ ਕੰਮ ਕਰ। ਅਖੀਰ ਬੰਦਾ ਸਿੰਘ ਬੈਰਾਗੀ ਉਸਨੂੰ, ਬੰਦਾ ਸਿੰਘ ਬਹਾਦਰ ਉਸਨੂੰ ਬਣਾਇਆ ਗਿਆ। ਸਤਿਗੁਰਾਂ ਨੇ ਉੱਤੇ ਬਖਸ਼ਿਸ਼ ਕੀਤੀ ਔਰ ਸਤਿਗੁਰਾਂ ਦੇ ਕਹਿਣ 'ਤੇ ਫਿਰ ਬੰਦਾ ਸਿੰਘ ਬਹਾਦਰ ਦੀ ਡਿਊਟੀ ਲਾਈ ਗਈ ਵੀ ਤੂੰ ਇੱਧਰ ਪੰਜਾਬ ਦੇ ਵੱਲ ਜਾ, ਭਾਰਤ ਵਿੱਚ ਵਿਚਰ, ਤੂੰ ਇੱਕ ਯੋਧਾ ਹੈ, ਕਿਹਾ ਤੂੰ ਸਰੀਰ ਨੂੰ ਖਰਾਬ ਕਰਦਾ, ਸਾਧ ਬਣ ਕੇ ਸਵਾਹ ਮਲੀ ਹੋਈ ਹੈ, ਤੂੰ ਰਾਜਕੁਮਾਰ ਹੈ, ਯੋਧਾ ਹੈ, ਯੋਧਾ ਬਣ। ਇਹਦੇ ਅੰਦਰਲੇ ਪੁਰਾਣੇ ਛਤਰੀਪਣ ਨੂੰ ਜਗਾਇਆ ਔਰ ਸਤਿਗੁਰਾਂ ਨੇ ਉਸ ਵੇਲੇ ਸਭਾ ਦੇ ਵਿੱਚ ਗੁਰੂ ਪਿਆਰਿਓ ਬੰਦਾ ਸਿੰਘ ਬਹਾਦਰ ਨੂੰ ਇੱਕ ਤਲਵਾਰ ਦਿੱਤੀ। ਜਿਹੜੇ ਨਾਲ ਸਿੰਘ ਸਨ, ਬਾਬਾ ਕਾਹਨ ਸਿੰਘ, ਬਨੋਦ ਸਿੰਘ ਆਦਿ ਕਈ ਸਿੰਘ ਪਾਤਸ਼ਾਹ ਜੀ ਦੇ ਨਾਲ ਉੱਥੇ ਸਨ ਹਜ਼ੂਰ ਸਾਹਿਬ ਵਿਖੇ। ਤਾਂ ਉਸ ਵੇਲੇ ਉਹਨਾਂ ਸਿੰਘਾਂ ਨੇ ਕਿਹਾ ਜੀ ਕਿਰਪਾਨ ਤਾਂ ਸਾਨੂੰ ਦਿੱਤੀ ਹੈ ਤੁਸੀਂ, ਇਹ ਸਾਧ ਨੂੰ ਕਿਰਪਾਨ ਕਿਉਂ? ਪਾਤਸ਼ਾਹ ਕਹਿੰਦੇ ਹੁਣ ਇਹ ਸਾਧ ਨਹੀਂ ਰਹਿ ਗਿਆ, ਹੁਣ ਮੇਰਾ ਸਿੰਘ ਬਣ ਗਿਆ। ਉਸਨੂੰ ਅੰਮ੍ਰਿਤ ਛਕਾਇਆ ਗਿਆ, ਨਾਮ ਉਹਦਾ ਗੁਰਬਖਸ਼ ਸਿੰਘ ਰੱਖਿਆ ਗਿਆ। ਬੰਦਾ ਸਿੰਘ ਬਹਾਦਰ ਉਸ ਦਾ ਤਖੱਲਸ ਬਣ ਗਿਆ। ਤਾਂ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਫਿਰ ਪਾਤਸ਼ਾਹ ਜੀ ਨੇ 5 ਤੀਰ ਦਿੱਤੇ ਤੇ ਨਾਲ 5 ਸਿੰਘਾਂ ਦਾ ਜਥਾ ਦਿੱਤਾ, ਨਾਲ ਨਿਸ਼ਾਨ ਸਾਹਿਬ ਦਿੱਤਾ ਤੇ ਉਹਨੂੰ ਹਿੰਦੁਸਤਾਨ ਦੀ ਹਾਲਾਤ ਦੱਸੀ, ਕਿਸ ਤਰ੍ਹਾਂ ਮੁਗਲ ਲੋਕ ਹਿੰਦੁਸਤਾਨ ਦੇ ਲੋਕਾਂ ਨੂੰ ਮਾਰ ਰਹੇ ਹੈ ਔਰ ਜਾ ਤੂੰ ਇਹਨਾਂ ਦਾ ਖਾਤਮਾ ਕਰ, ਇਹਨਾਂ ਜ਼ੁਲਮ ਲੋਕਾਂ ਦਾ, ਦੁਸ਼ਟ ਲੋਕਾਂ ਦਾ। ਕਿਵੇਂ ਵਜੀਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਇਹ ਸਾਰੀਆਂ ਕਹਾਣੀਆਂ ਜਦ ਬੰਦਾ ਸਿੰਘ ਬਹਾਦਰ ਨੂੰ ਸੁਣਾਈਆਂ
ਤੇ ਬੰਦਾ ਸਿੰਘ ਬਹਾਦਰ ਦੇ ਅੰਦਰੋਂ ਛਤਰੀ ਪੁਣਾ ਜਾਗਿਆ। ਕਹਿਣ ਲੱਗਿਆ ਠੀਕ ਹੈ ਮਹਾਰਾਜ, ਜਿਵੇਂ ਆਪ ਜੀ ਦਾ ਹੁਕਮ ਹੈ ਥਾਪੜਾ ਦਿਓ, ਕਿਰਪਾ ਥੋੜੀ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤੇ ਥਾਪੜਾ ਦਿੱਤਾ। ਪਰ ਸਿੰਘਾਂ ਨੇ ਉਸ ਵੇਲੇ ਗੁਰੂ ਪਿਆਰਿਓ ਇੱਕ ਫਿਰ ਸ਼ੰਕਾ ਖੜਾ ਕਰ ਦਿੱਤਾ ਸਾਹਮਣੇ ਪਾਤਸ਼ਾਹ ਜੀ ਦੇ, ਬਈ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਬਣਾਉਣ ਜਾ ਰਹੇ ਹੋ। ਪਾਤਸ਼ਾਹ ਕਹਿੰਦੇ ਗੁਰੂ ਨਹੀਂ ਹੈ, ਮੈਂ ਜਰਨੈਲ ਥਾਪਿਆ ਕੌਮ ਦਾ। ਕਹੋ ਸਤਨਾਮ ਸ੍ਰੀ। ਇਹ ਜਥੇਦਾਰ ਹੈ, ਇਹ ਅਗਵਾਈ ਕਰੇਗਾ, ਇਹਦੇ ਅੰਦਰ ਪੁਰਾਣੇ ਰਾਜਿਆਂ ਵਾਲਾ ਸਾਰਾ ਛਤਰੀਪਣ ਹੈ। ਔਰ ਇਸ ਤਰ੍ਹਾਂ ਸਿੱਖਾਂ ਨੇ ਜਦ ਕਿਹਾ ਮਹਾਰਾਜ, ਫਿਰ ਆਪ ਜੀ ਸਾਨੂੰ ਪਤਾ ਲੱਗਿਆ ਕਿ ਭਾਣਾ ਵਰਤਾਉਣ ਦੀ ਘਟਨਾ ਘਟਾ ਰਹੇ ਹੋ, ਸਾਥੋਂ ਅਲੋਪ ਹੋ ਰਹੇ ਹੋ। ਕਿਉਂਕਿ ਕੁਝ ਦਿਨ ਪਹਿਲਾਂ ਮੁਗਲਾਂ ਦੇ ਹੀ 2 ਮੁਗਲ ਪਠਾਨ ਬੱਚੇ ਮਗਰ ਲਾਏ ਹੋਏ ਸਨ, ਔਰ ਉਹਨਾਂ ਨੇ ਸਤਿਗੁਰਾਂ ਦੇ ਕੋਲ ਰੋਜ਼ਾਨਾ ਜਾਣਾ, ਸਾਰ ਪਾਸਾ ਖੇਡਣਾ। ਸਾਰ ਪਾਸੇ ਦੀ ਖੇਡ ਨੂੰ ਖੇਡਦਿਆਂ ਹੋਇਆਂ ਸਤਿਗੁਰਾਂ ਨੇ ਕਹਿਣਾ ਉਹ ਪੁੱਤਰ ਵੀ ਕਾਹਦਾ ਪੁੱਤਰ ਹੈ ਜੇ ਆਪਣੇ ਪਿਓ ਦਾ ਬਦਲਾ ਨਾ ਲਵੇ। ਉਹਨਾਂ ਨੇ ਆਪਣੀ ਮਾਂ ਨੂੰ ਆ ਕੇ ਕਹਿਣਾ ਵੀ ਇੱਦਾਂ ਕਿਉਂ ਕਹਿੰਦੇ ਆ। ਮਾਂ ਨੂੰ ਪਤਾ ਸੀਗਾ ਕਿ ਮੇਰਾ ਪਤੀ ਜੰਗਾਂ ਦੇ ਵਿੱਚ ਗੁਰੂ ਸਾਹਿਬ ਦੇ ਹੱਥੋਂ ਮਰਿਆ, ਪਰ ਉਹਨੇ ਬੱਚਿਆਂ ਨੂੰ ਕਹਿੰਦੇ ਰੋਕਣਾ। ਪਰ ਇੱਕ ਦਿਨ ਜਦੋਂ ਰੋਜ਼ ਬੱਚਿਆਂ ਨੂੰ ਕਹਿਣਾ ਪਾਤਸ਼ਾਹ ਨੇ, ਉਹਨਾਂ ਨੇ ਕਿਹਾ ਸਾਡੇ ਕੋਲ ਸ਼ਾਸਤਰ ਹੈ ਨਹੀਂ, ਬਦਲਾ ਤਾਂ ਲੈ ਲਈਏ। ਤੇ ਪਾਤਸ਼ਾਹ ਕੋਲੇ ਕਹਿੰਦੇ 2 ਖੰਜਰ ਆਏ ਤੇ ਉਹਨਾਂ ਨੇ ਖੰਜਰ ਉਹਨਾਂ ਨੂੰ ਦੇ ਦਿੱਤੇ। ਕਹਿੰਦੇ ਆ ਲਓ, ਨਾਲੇ ਰੋਜ਼ ਉਹਨਾਂ ਨੂੰ 5 ਰੁਪਈਏ ਦੇਣੇ। ਤੇ ਇੱਕ ਦਿਨ ਫਿਰ ਉਹਨਾਂ ਨੇ ਸਮਾਂ ਤਕਾ ਕੇ, ਪਾਤਸ਼ਾਹ ਕਹਿੰਦੇ ਆਰਾਮ ਕਰ ਰਹੇ ਹੈ, ਤੇ ਇਹਨਾਂ ਨੇ ਇੱਕ ਨੇ ਖੰਜਰ ਮਾਰਿਆ ਤੇ ਪਾਤਸ਼ਾਹ ਜੀ ਨੇ ਦੂਜੇ ਹੱਥ ਨਾਲ ਤਲਵਾਰ ਘੁਮਾਈ। ਇੱਕ ਦਾ ਸਿਰ ਵੱਢਿਆ ਗਿਆ, ਇੱਕ ਭੱਜਣ ਲੱਗਿਆ, ਸਿੰਘਾਂ ਨੇ ਫੜ ਲਿਆ, ਉਹਨਾਂ ਨੇ ਝਟਕਾ ਦਿੱਤਾ। ਅਖੀਰ ਪਾਤਸ਼ਾਹ ਜੀ ਦੇ ਜ਼ਖਮ ਹੋ ਗਿਆ। ਉੱਥੇ ਹੀ ਸਤਿਗੁਰਾਂ ਨੂੰ ਬਹਾਦਰ ਸ਼ਾਹ ਵੀ ਮਿਲਣ ਵਾਸਤੇ ਆਇਆ। ਜ਼ਖਮ ਤੇ ਕੱਪੜਾ ਬੰਨ੍ਹ ਲਿਆ, ਉਹਨੂੰ ਜ਼ਖਮ ਨੂੰ ਰਾਜੀ ਕਰ ਲਿਆ। ਥੋੜ੍ਹੇ ਚਿਰ ਬਾਅਦ ਰਾਜੀ ਹੋ ਗਿਆ। ਇੱਕ ਦਿਨ ਬਹਾਦਰ ਸ਼ਾਹ ਦੇ ਨਾਲ ਕੁਝ ਉਹਦੇ ਅਹਿਲਕਾਰ ਆਏ ਆ ਤੇ ਸਾਹਮਣੇ ਪਾਤਸ਼ਾਹ ਦੇ ਸਿੱਖ ਬੜੇ ਤਕੜੇ ਕਮਾਨ ਪਏ ਆ, ਜਿਹੜੇ ਆਪ ਜੀ ਚਲਾਇਆ ਕਰਦੇ ਸੀ, ਜਿਹੜੇ ਕੋਈ ਆਮ ਬੰਦਾ ਨਹੀਂ ਸੀ ਚਲਾ ਸਕਦਾ। ਕਮਾਨਾਂ ਨੂੰ ਦੇਖ ਕੇ ਕਹਿਣ ਲੱਗੇ ਯਾਰ ਆਹ ਤਾਂ ਵੇਖਣ ਵਾਲੀ ਆ, ਲੱਗਦਾ ਚਲਾਉਂਦਾ ਤਾਂ ਨਹੀਂ ਕੋਈ। ਪਾਤਸ਼ਾਹ ਜੀ ਨੇ ਚੱਕੇ ਦੋਨੇ ਕਮਾਨ ਇਕੱਠੇ, ਤੇ ਉਹਨਾਂ ਇਕੱਠੀਆਂ ਕਮਾਨਾਂ ਦੀ ਤੰਦੀ ਖਿੱਚ ਕੇ ਤੇ ਚਿਲਾ ਚੜਾਇਆ, ਤੇ ਜਦ ਖਿੱਚ ਕੇ ਤੀਰ ਛੱਡਿਆ ਤੇ ਜ਼ਖਮ ਫਿਰ ਫਟ ਗਿਆ। ਕਹੋ ਸਤਨਾਮ ਸ੍ਰੀ। ਜਦੋਂ ਐਦਾਂ ਤੀਰ ਖਿੱਚਿਆ ਤੇ ਜ਼ਖਮ ਬੱਖੀ ਵਾਲਾ ਫਿਰ ਖੁੱਲ ਗਿਆ। ਕਹਿੰਦੇ ਤਾਂ ਬਹਾਦਰ ਸ਼ਾਹ ਨੇ ਕਿਹਾ ਮੈਂ ਵੈਦਾਂ ਨੂੰ ਬੁਲਾਉਂਦਾ ਹਾਂ, ਜ਼ਖਮ ਸਿਉਂ ਦੇਣਗੇ। ਪਾਤਸ਼ਾਹ ਕਹਿੰਦੇ ਨਹੀਂ, ਲੋੜ ਨਹੀਂ ਹੈ ਹੁਣ ਸਿਉਣ ਦੀ। ਉੱਥੇ ਹੀ ਬਹਾਦਰ ਸ਼ਾਹ ਨੂੰ ਪਾਤਸ਼ਾਹ ਜੀ ਨੇ ਕਿਹਾ ਸੀਗਾ ਬਈ ਤੇਰੇ ਨਾਲ ਜਿਹੜਾ ਵਾਅਦਾ ਹੋਇਆ ਸੀ ਵੀ ਮੈਨੂੰ ਰਾਜ ਦਿਵਾ ਦਿਓ, ਤੇ ਮੈਂ ਜਿਹੜੇ ਸਾਡੇ ਦੋਸ਼ੀ ਹਨ ਵਜੀਦੇ ਵਰਗੇ ਉਹ ਤੁਹਾਡੇ ਹਵਾਲੇ ਕਰ ਦਿਆਂਗਾ। ਬਹਾਦਰ ਸ਼ਾਹ ਮੁੱਕਰ ਗਿਆ। ਔਰੰਗਜ਼ੇਬ ਦਾ ਪੁੱਤਰ ਕਹਿਣ ਲੱਗਿਆ ਜੀ ਮੈਂ ਨਵਾਂ ਰਾਜ ਲਿਆ, ਜੇ ਮੈਂ ਤੁਹਾਨੂੰ ਹੁਣੇ ਫੜਾਉਣ ਲੱਗ ਪਿਆ ਮੁਗਲ ਤਾਂ ਮੇਰੇ ਰਾਜ ਵਿੱਚ ਤਰਸੱਲੀ ਮਚ ਜਾਵੇਗੀ, ਸਾਰੇ ਮੇਰੇ ਐਂਟੀ ਹੋ ਜਾਣਗੇ। ਪਾਤਸ਼ਾਹ ਕਹਿੰਦੇ ਅਸੀਂ ਤਾਂ ਤੈਨੂੰ ਵਡਿਆਈ ਦੇਣੀ ਸੀ, ਜੇ ਤੂੰ ਇਹ ਕੰਮ ਕਰ ਦਿੰਦਾ ਤੇ ਵਡਿਆਈ ਤੈਨੂੰ ਦੇ ਦਿੰਦੇ, ਨਹੀਂ ਤਾਂ ਅਸੀਂ ਕਿਸੇ ਵੀ ਬੰਦੇ ਤੋਂ ਇਹ ਕੰਮ ਕਰਵਾ ਸਕਦੇ ਹਾਂ, ਤੇਰੀ ਮਰਜ਼ੀ ਹੈ। ਮਤਲਬ ਕਿ ਬਹਾਦਰ ਸ਼ਾਹ ਕੀਤਾ ਹੋਇਆ ਬਚਨ ਮੁੱਕਰ ਗਿਆ। ਉਸ ਤੋਂ ਪਹਿਲਾਂ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਆਪ ਮਦਦ ਕਰਕੇ ਰਾਜ ਦਿਵਾਇਆ। ਉੱਥੇ ਬਹਾਦਰ ਸ਼ਾਹ ਮੁੱਕਰ ਗਿਆ। ਫਿਰ ਬੰਦਾ ਸਿੰਘ ਬਹਾਦਰ ਪਾਤਸ਼ਾਹ ਕੋਲ ਰੋਜ਼ ਆਉਣ ਲੱਗਿਆ, ਬੜਾ ਪਿਆਰ ਪੈ ਗਿਆ। ਤੇ ਅਖੀਰ ਗੁਰੂ ਪਿਆਰਿਓ ਪਾਤਸ਼ਾਹ ਜੀ ਨੂੰ ਜਦ ਸਿੰਘਾਂ ਨੇ ਕਿਹਾ ਮਹਾਰਾਜ ਇਹਨੂੰ ਸਿਉਂ ਲਈਏ ਜ਼ਖਮ ਨੂੰ, ਕਹਿੰਦੇ ਨਹੀਂ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ ਹੈ। ਜਦ ਬੰਦਾ ਸਿੰਘ ਬਹਾਦਰ ਨੂੰ 5 ਤੀਰ ਤੇ ਨਿਸ਼ਾਨ ਸਾਹਿਬ ਤੇ 5 ਸਿੰਘਾਂ ਦਾ ਜਥਾ ਦੇ ਕੇ ਤੋਰਦੇ ਆ ਪੰਜਾਬ ਵੱਲ, ਦਿੱਲੀ ਤੋਂ, ਆਪਣਾ ਨੰਦੇੜ ਸਾਹਿਬ ਤੋਂ, ਹਜ਼ੂਰ ਸਾਹਿਬ ਤੋਂ, ਉਸ ਵੇਲੇ ਫਿਰ ਸਿੰਘਾਂ ਨੇ ਕਿਹਾ ਮਹਾਰਾਜ ਤੁਸੀਂ ਇਹਨੂੰ ਗੁਰੂ ਬਣਾ ਰਹੇ ਹੋ। ਕਹਿੰਦੇ ਨਹੀਂ, ਇਹ ਜਰਨੈਲ ਹੈ ਕੌਮ ਦਾ, ਇਹ ਅਗਵਾਈ ਕਰੇਗਾ ਔਰ ਉਹਨਾਂ ਦੁਸ਼ਮਣਾਂ ਦਾ ਬਦਲਾ ਲਵੇਗਾ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਵਰਗੇ ਫਕੀਰਾਂ ਨੂੰ ਇਸ ਕਰਕੇ ਮਾਰਿਆ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਹੈ, ਜਿਨ੍ਹਾਂ ਨੇ ਬਹੁਤ ਸਾਰੇ ਫਕੀਰਾਂ ਨੂੰ ਮਾਰਿਆ, ਸ਼ਹਿਬਜ਼ਾਦਿਆਂ ਨੂੰ ਮਾਰਿਆ, ਜਿਨ੍ਹਾਂ ਦੇ ਕਾਰਨ ਸਾਡੇ ਪਿਤਾ ਨੂੰ ਜਿਨ੍ਹਾਂ ਜਲਾਦਾਂ ਨੇ ਸ਼ਹੀਦ ਕੀਤਾ ਦਿੱਲੀ ਵਿੱਚ, ਉਹਨਾਂ ਸਭ ਦਾ ਬਦਲਾ ਇਹਨੇ ਲੈਣਾ ਹੈ। ਔਰ ਬੰਦਾ ਸਿੰਘ ਬਹਾਦਰ ਨੇ ਇੱਕ ਹੋਰ ਵੀ ਕੰਮ ਕੀਤਾ ਜਿਹੜਾ ਅੱਜ ਕਿਸਾਨ ਰੌਲਾ ਪਾ ਰਹੇ ਨੇ। ਉਸ ਵੇਲੇ ਜੰਗੀਰਦਾਰਾਂ ਦੇ ਕੋਲ ਜ਼ਮੀਨਾਂ ਸੀਗੀਆਂ,
ਤੇ ਆਮ ਜਨਤਾ ਨੂੰ ਮੁਲਜ਼ਮ ਆਪਣਾ ਬਣਾਇਆ ਹੋਇਆ ਸੀ ਗੁਰੂ ਪਿਆਰਿਓ ਮਜ਼ਦੂਰ। ਔਰ ਮਜ਼ਦੂਰੀਆਂ ਉਹ ਕਰਦੇ ਸਨ ਜਿਹੜਾ ਕੰਮ ਅੱਜ ਸਰਕਾਰਾਂ ਕਰਨ ਫਿਰਦੀਆਂ ਨੇ ਕਿ ਅਡਵਾਨੀ ਬਾਨੀ ਵਰਗਿਆਂ ਨੂੰ ਜ਼ਮੀਨਾਂ ਦੇ ਦਈਏ ਤੇ ਪੰਜਾਬ ਦੀ ਜਨਤਾ ਜਿਹੜੀ ਮਜ਼ਦੂਰੀਆਂ ਕਰੇ। ਇਹ ਕੰਮ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਵੀ ਚੱਲਦਾ ਸੀ ਤੇ ਬੰਦਾ ਸਿੰਘ ਬਹਾਦਰ ਨੇ ਫਿਰ ਸ਼ੁਰੂ ਕੀਤਾ ਗੁਰੂ ਪਿਆਰਿਓ ਪੰਜਾਬ ਦੇ ਵਿੱਚ ਦੌਰ। ਉਸ ਵੇਲੇ ਅੱਗੇ ਅੱਗੇ ਬੰਦਾ ਸਿੰਘ ਬਹਾਦਰ ਆਪਣੀਆਂ ਚੌਕੀਆਂ ਥਾਪਦਾ ਜਾਂਦਾ, ਰਾਜ ਕਾਇਮ ਕਰਦਾ ਜਾਂਦਾ ਔਰ ਜਗੀਰਦਾਰਾਂ ਤੋਂ ਖੋਹ ਕੇ ਜ਼ਮੀਨਾਂ ਜਿਹੜੇ ਲੋਕ ਵਾਹੁੰਦੇ ਸੀ ਉਹਨਾਂ ਨੂੰ ਮਾਲਕ ਬਣਾਉਂਦਾ ਜਾ ਰਿਹਾ ਹੈ। ਔਰ ਬਹਾਦਰ ਸ਼ਾਹ ਜਿਹੜਾ ਕਹਿੰਦਾ ਸੀ ਮੈਂ ਰਾਜ ਕਿਵੇਂ ਕਰੂੰਗਾ, ਤੇ ਰਾਜ ਤਾਂ ਪਾਤਸ਼ਾਹ ਨੇ ਫਿਰ ਵੀ ਨਹੀਂ ਕਰਨ ਦਿੱਤਾ ਕਿਉਂਕਿ ਉਹ ਗੱਲ ਤੋਂ ਮੁੱਕਰ ਗਿਆ। ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਦੇ ਮਗਰ ਲੱਗਿਆ ਰਿਹਾ ਫੜਨ ਵਾਸਤੇ, ਪਰ ਬੰਦਾ ਸਿੰਘ ਬਹਾਦਰ ਆਪਣਾ ਕਾਰਜ ਕਰਦਾ ਰਿਹਾ। ਖੈਰ ਸਿੱਖਾਂ ਨੇ ਕਿਹਾ ਮਹਾਰਾਜ ਫਿਰ ਹੁਣ ਕਿਵੇਂ ਕਰਨਾ? ਪਾਤਸ਼ਾਹ ਕਹਿੰਦੇ ਸਾਡਾ ਹੁਣ ਜਾਣ ਦਾ ਸਮਾਂ ਆ ਗਿਆ ਹੈ। ਮਹਾਰਾਜ ਤੁਸੀਂ ਜਾ ਰਹੇ ਹੋ, ਸਾਨੂੰ ਕਿਹਦੇ ਲੜ ਲਾਓਗੇ? ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਐਸਾ ਗੁਰੂ ਦੇ ਕੇ ਜਾਵਾਂਗਾ ਜਿਹੜਾ ਕਦੇ ਵੀ ਨਹੀਂ ਜਾਵੇਗਾ, ਕਿਉਂਕਿ ਇਸੇ ਕਾਰਜ ਦੇ ਲਈ ਇਹ ਕਾਰਜ ਆਰੰਭ ਕੀਤਾ ਸੀ। ਸਤਿਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਆਰੰਭ ਕਰਕੇ 1708 ਤੱਕ 239 ਸਾਲਾਂ ਦੇ ਵਿੱਚ ਇਸ ਬਾਣੀ ਨੂੰ ਪ੍ਰਗਟ ਕੀਤਾ ਗਿਆ। ਸੰਸਾਰ ਦੇ ਵਿੱਚ ਪਹਿਲਾਂ ਵੀ ਸ਼ਬਦ ਗੁਰੂ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ, ਲੋਕ ਸਰੀਰਾਂ ਨਾਲ ਜੁੜਦੇ ਰਹੇ। ਗਿਆਨ ਤਾਂ ਸ਼ਬਦ ਰਾਹੀਂ ਦਿੱਤਾ ਜਾਂਦਾ ਸੀਗਾ ਪਰ ਲੋਕ ਦੱਸਣ ਵਾਲਿਆਂ ਦੀਆਂ ਮੂਰਤੀਆਂ ਪੂਜਦੇ ਰਹੇ। ਰਾਮ ਆਏ ਤੇ ਉਹਦੀਆਂ ਮੂਰਤੀਆਂ ਬਣਾਈਆਂ, ਕ੍ਰਿਸ਼ਨ ਆਏ ਤੇ ਉਹਦੀਆਂ ਮੂਰਤੀਆਂ ਬਣਾਈਆਂ, ਮਹਾਤਮਾ ਬੁੱਧ ਆਇਆ ਤੇ ਉਹਦੀਆਂ ਮੂਰਤੀਆਂ ਪੂਜਣੀਆਂ ਸ਼ੁਰੂ ਕਰਤੀਆਂ। ਸ਼ਬਦ ਨੂੰ ਭੁੱਲਦੇ ਰਹੇ ਦੁਨੀਆ। ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸਿੱਖਾਂ ਨੂੰ ਕਿਹਾ 1708 ਦੇ ਵਿੱਚ ਭਾਈ ਦਇਆ ਸਿੰਘ ਹੋਰੇ ਜੋ ਸਿੱਖ ਨਾਲ ਹਨ ਸਿੰਘ, ਉਹਨਾਂ ਨੂੰ ਹੁਕਮ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਤੇ ਗੁਰੂ ਪਿਆਰੇ ਦੀਵਾਨ ਸਜਾਇਆ ਗਿਆ ਨੰਦੇੜ ਸਾਹਿਬ ਹਜੂਰ ਸਾਹਿਬ ਵਿਖੇ। ਔਰ ਦੀਵਾਨ ਸਜਾ ਕਰਕੇ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਕੋਲ ਸਤਿਗੁਰਾਂ ਨੇ 5 ਪੈਸੇ ਨਾਰੀਅਲ ਮੰਗਵਾਇਆ ਹੈ। ਔਰ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਦਿੱਤਾ ਕਿ ਜਿਸ ਕੰਮ ਦੇ ਲਈ ਅਸੀਂ ਆਏ ਸੀ ਉਹ ਕੰਮ ਅੱਜ ਪੂਰਾ ਹੋ ਗਿਆ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਲੇ। ਉਸ ਵੇਲੇ ਜਦ ਹੁਕਮਨਾਮਾ ਲਿਆ ਗਿਆ ਸਮਾਪਤੀ ਤੇ ਤਾਂ ਹੁਕਮਨਾਮਾ ਕੀ ਆਇਆ? ਸੋਹੀ ਮਹੱਲਾ ਪੰਜਵਾ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਫੌਜਾਂ ਸਮੇਤ ਜਾ ਕੇ ਉਤਰੇ ਸੀ ਨਾ ਨੰਦੇੜ ਸਾਹਿਬ ਦੇ ਇਲਾਕੇ 'ਚ, ਤੇ ਜਿਹੜੇ ਉੱਥੋਂ ਦੇ ਮਾਲਕ ਸੀ ਜੱਦੀ, ਉਹ ਕਹਿੰਦੇ ਵੀ ਤੁਸੀਂ ਇੱਥੇ ਨਹੀਂ ਰੁਕ ਸਕਦੇ, ਇਹ ਸਾਡੀ ਧਰਤੀ ਆ। ਬਾਦਸ਼ਾਹ ਕਹਿੰਦੇ ਇਹ ਸਾਡੀ ਧਰਤੀ ਆ। ਜੁਦਾਈ ਹੋ ਗਈ। ਉਹ ਕਹਿੰਦੇ ਸਾਡੀ ਧਰਤੀ ਆ, ਉਹ ਕਹਿੰਦੇ ਸਾਡੀ ਧਰਤੀ ਆ। ਕਹਿੰਦੇ ਤੁਹਾਡੀ ਕੀ ਨਿਸ਼ਾਨੀ ਆ? ਕਹਿੰਦੇ ਸਾਡੀ ਨਿਸ਼ਾਨੀ ਅਸੀਂ ਸਾਡੇ ਪਟਵਾਰ ਦੇ ਜਿਹੜੇ ਗ੍ਰੰਥ ਹੈ, ਪਟਵਾਰ ਦੀਆਂ ਕਿਤਾਬਾਂ ਦੇਖ ਲਓ, ਬੁੜਿਆਂ ਤੋਂ ਲੈ ਕੇ ਅਸੀਂ ਜੱਦੀ ਮਾਲਕ ਹੈ ਜ਼ਮੀਨ ਦੇ ਇਸ ਇਲਾਕੇ ਦੇ। ਪਾਤਸ਼ਾਹ ਕਹਿੰਦੇ ਤੁਸੀਂ ਅੱਜ ਦੇ ਹੋਵੋਗੇ ਪਰ ਅਸੀਂ ਤਾਂ ਉਦੋਂ ਪਹਿਲਾਂ ਦੇ ਮਾਲਕ। ਕਹਿੰਦੇ ਵੀ ਉਹ ਕਿਵੇਂ ਹੋ ਸਕਦਾ, ਤੁਹਾਡੀ ਕੀ ਨਿਸ਼ਾਨੀ ਹੈ? ਤੇ ਕਹਿੰਦੇ ਪਾਤਸ਼ਾਹ ਜੀ ਨੇ ਫਿਰ ਗੋਦਾਵਰੀ ਤੋਂ ਬੈਠ ਕੇ ਇੱਕ ਤੀਰ ਛੱਡਿਆ, ਜਿੱਥੇ ਜਾ ਕੇ ਤੀਰ ਡਿੱਗਿਆ ਕਹਿੰਦੇ ਆ ਥਾਂ ਪੱਟੋ। ਜਦੋਂ ਥਾਂ ਪੱਟਿਆ ਗਿਆ ਤੇ ਥੱਲਿਓ ਕਹਿੰਦੇ ਇੱਕ ਧੂਣਾ ਨਿਕਲਿਆ, ਭਾ ਪੁਰਾਣੇ ਸਮੇਂ ਦਾ, ਜਿੱਥੇ ਸਾਧੂ ਲੋਕ ਬੈਠ ਕੇ ਭਜਨ ਬੰਦਗੀ ਤਪੱਸਿਆ ਕਰਿਆ ਕਰਦੇ ਸਨ। ਉਹਦੇ ਵਿੱਚੋਂ ਇੱਕ ਗੜਵਾ, ਇੱਕ ਹੋਰ ਵਸਤੂਆਂ, ਇਹ 4 ਚੀਜ਼ਾਂ ਨਿਕਲੀਆਂ ਜਦ। ਤੇ ਪਾਤਸ਼ਾਹ ਕਹਿੰਦੇ ਸਾਡਾ ਇਹ ਸਰਯੁਗ ਦੇ ਸਮੇਂ ਦਾ ਸਥਾਨ ਹੈ, ਅਸੀਂ ਇੱਥੇ ਬਹਿ ਕੇ ਤਪੱਸਿਆ ਕਰਦੇ ਰਹੇ ਹਾਂ, ਸਾਡੀ ਜਗ੍ਹਾ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉਹ ਜਗ੍ਹਾ ਦੇ ਬਾਰੇ ਦੱਸਿਆ। ਤੇ ਅੱਜ ਹੁਕਮਨਾਮਾ ਜਦ ਆਇਆ ਤੇ ਇਹਦੇ ਵਿੱਚ ਵੀ ਇਹ ਹੁਕਮ ਆਇਆ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਕਹਿਣ ਲੱਗੇ ਅਬਚਲ ਨਗਰ ਕਦੇ ਨਾ ਖਤਮ ਹੋਣ ਵਾਲਾ। ਅਬਚਲ ਦਾ ਦੂਸਰਾ ਅਰਥ ਹੈ ਕਦੇ ਨਾ ਚੱਲਣ ਵਾਲਾ, ਕਦੇ ਨਾ ਜਾਣ ਵਾਲਾ। ਇਹ ਜੋ ਗੁਰੂ ਦਾ ਦਰ ਹੈ ਇਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੋਬਿੰਦ, ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਗੁਰੂ ਦਾ ਮੰਤਰ ਜਪਿਆ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੇ ਸੁਖ ਪਾਇਆ। ਮਨ ਇੱਛੇ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ।
ये करते पुरख ने परमेश्वर ने आप वसाया, करता आप वसाया सर्व सुख पाया, पुत भाई सिख विगासे। ਉਹ ਜਗ੍ਹਾ ਦੇ ਉੱਤੇ 10ਵੇਂ ਪਾਤਸ਼ਾਹ ਜੀ ਨੇ ਫਿਰ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅੱਜ ਦੇ ਦਿਨ ਤੇ ਗੁਰਤਾ ਗੱਦੀ ਦੇ ਕਰਕੇ ਇਸ ਸੰਸਾਰ ਨੂੰ ਸਦਾ ਸਦਾ ਲਈ ਸ਼ਬਦ ਦੇ ਲੜ ਲਾ ਦਿੱਤਾ। ਔਰ ਬਹੁਤ ਸਾਰੇ ਬਚਨ ਉਹਨਾਂ ਦੀ ਦਸਮ ਦੀ ਬਾਣੀ ਵਿੱਚ ਹੈ, ਸਰਬ ਲੋਕ ਗ੍ਰੰਥ ਵਿੱਚ ਹਨ, ਜਿਨ੍ਹਾਂ ਵਿੱਚੋਂ ਕੁਝ ਮੈਂ ਸਾਂਝੇ ਕਰਦਾ ਹਾਂ। ਪਾਤਸ਼ਾਹ ਜੀ ਕਹਿੰਦੇ ਮੇਰਾ ਰੂਪ ਗ੍ਰੰਥ ਜੀ ਜਾਣ, ਮੈਂ ਤਾਂ ਸ਼ਬਦ ਹਾਂ, ਆਪਾਂ ਸਾਰੇ ਸ਼ਬਦ ਹਾਂ। ਵੈਸੇ ਆ ਜਿਹੜਾ ਸਰੀਰ ਹੈ ਨਾ, ਇਹ ਤਾਂ ਕੁੜਤੇ ਦੀ ਨਿਆਈ ਪਹਿਨਿਆ ਹੋਇਆ ਹੈ। ਜਿਵੇਂ ਸਰੀਰ ਤੇ ਕੁੜਤਾ ਪਹਿਨਿਆ, ਇਵੇਂ ਆਤਮਾ ਤੇ ਸਰੀਰ ਪਹਿਨੇ ਆ। ਤੇ ਜਿਵੇਂ ਆਪਾਂ ਕੁੜਤੇ ਬਦਲਦੇ ਆ, ਆਤਮਾ ਸਰੀਰ ਵੀ ਬਦਲਦੀ ਆ। ਪਰ ਧੰਨ ਹੈ ਉਹ ਜੋ ਮਨੁੱਖਾ ਜਾਮੇ ਵਿੱਚ ਬੈਠੇ ਹਨ ਮੇਰੇ ਸਾਹਮਣੇ ਜਾਂ ਹੋਰ ਸੰਸਾਰ ਦੇ ਵਿੱਚ। ਇਹਨਾਂ ਸਭ ਨੂੰ ਗੁਰੂ ਪਾਤਸ਼ਾਹ ਨੇ ਸਾਨੂੰ ਸਭ ਨੂੰ ਗਿਆਨ ਦਿੱਤਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਆ ਖਾਲਸਾ ਮੇਰੋ ਰੂਪ ਹੈ ਖਾਸ, ਤਾਂ ਗੁਰੂ ਸਾਹਿਬ ਖਾਲਸਾ ਪੰਥ ਨੂੰ ਆਪਣਾ ਰੂਪ ਕਹਿੰਦੇ ਹੈ ਤੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਹਿੰਦੇ ਹੈ, ਔਰ ਬਾਣੀ ਨੂੰ ਵੀ ਆਪਣਾ ਰੂਪ ਕਹਿੰਦੇ ਹੈ। ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚ ਕਮਾਣ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਸਰੀਰ ਕਰਕੇ ਮੈਂ ਪੰਥ ਵਿੱਚ ਵਿਚਰਾਂਗਾ, ਆਤਮਾ ਕਰਕੇ ਮੈਂ ਬਾਣੀ ਚੋਂ ਬੋਲਾਂਗਾ। ਤੇ ਸਤਿਗੁਰਾਂ ਦਾ ਇਹ ਆਤਮਕ ਸਰੂਪ ਹੈ। ਬਾਬੇ ਨਾਨਕ ਦੇ ਆਤਮਾ ਚੋਂ ਨਿਕਲੇ ਬਚਨ ਇਹਦੇ ਵਿੱਚ ਹਨ। 10 ਗੁਰੂਆਂ ਦੇ ਉਚਾਰਨ ਕੀਤੇ ਹੋਏ ਬਚਨ ਇਸ ਬਾਣੀ ਦੇ ਵਿੱਚ ਵਿਰਾਜਮਾਨ ਹੈ। ਤਾਂ ਤੇ ਇਹ ਗੁਰੂ ਦੀ ਆਤਮਾ ਹੈ, ਇਹ ਬਾਣੀ ਪਰਮੇਸ਼ਰ ਦਾ ਵੀ ਰੂਪ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਤਾਂ ਤੇ ਸਾਨੂੰ ਸਮਝ ਆਈ ਨਾ ਕਿ ਸਾਨੂੰ ਗ੍ਰੰਥ ਸਾਹਿਬ ਦੇ ਲੜ ਕਿਉਂ ਲਾਇਆ ਗਿਆ। ਅਸਲ ਵਿੱਚ ਸੰਸਾਰ ਬਣਨ ਤੋਂ ਪਹਿਲਾਂ ਵੀ ਇਹ ਸ਼ਬਦ ਸੀ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋੜ ਸਮੋਏ। ਜਦੋਂ ਅਕਾਲ ਪੁਰਖ ਬੋਲਿਆ ਤਾਂ ਉਸ ਤੋਂ ਸ਼ਬਦ ਪੈਦਾ ਹੋਇਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਜਦੋਂ ਅਕਾਲ ਪੁਰਖ ਬੋਲਿਆ ਤਾਂ ਸ਼ਬਦ ਪੈਦਾ ਹੋਇਆ। ਜਦ ਬੋਲਦੀ ਆ ਹਵਾ ਨਿਕਲਦੀ ਹੈ, ਜਿਹੜੀ ਹਵਾ ਨਿਕਲੀ ਉਹ ਸੈਂਸ ਮੁਤਾਬਕ ਠੰਡੀ ਹੋ ਕੇ ਪਾਣੀ ਬਣਿਆ। ਉਹ ਪਾਣੀ ਧਰਤੀ ਤੇ ਵਰਿਆ ਤੇ ਫਿਰ ਇਸ ਧਰਤੀ ਦੇ ਵਿੱਚੋਂ ਪਹਿਲਾਂ ਛੋਟੇ ਕੀੜੇ ਪਤੰਗੇ ਮੱਛਰ ਆਦਿ ਇਹ ਜਾਨਵਰ ਪੈਦਾ ਹੋਏ, ਫਿਰ ਪੰਛੀ ਪੈਦਾ ਹੋਏ, ਫਿਰ ਜਾਨਵਰ ਪੈਦਾ ਹੋਏ। ਉਹਨਾਂ ਜਾਨਵਰਾਂ ਵਿੱਚੋਂ ਇੱਕ ਮਨੁੱਖ ਵੀ ਪੈਦਾ ਕੀਤਾ। ਕੋ ਸਤਨਾਮ ਸ੍ਰੀ। ਸਭ ਕੁਝ ਸ਼ਬਦ ਚੋਂ ਨਿਕਲਿਆ। ਤਾਂ ਤੇ ਪਰਮੇਸ਼ਰ ਤੋਂ ਦੂਜੇ ਨੰਬਰ ਤੇ ਸ਼ਬਦ ਹੈ। ਵੈਸੇ ਸ਼ਬਦ ਪਰਮੇਸ਼ਰ ਦਾ ਹੀ ਦੂਸਰਾ ਰੂਪ ਹੈ। ਸਰਗੋ ਨਿਰਗੋ ਨਿਰੰਕਾਰ। ਪੜੋ ਸੁਖਮਨੀ ਸਾਹਿਬ ਦਾ ਬਚਨ, ਸਰਗੋ ਨਿਰਗੋ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਸ ਕਰਕੇ ਮੇਰਾ ਰੂਪ ਗ੍ਰੰਥ ਜੀ ਜਾਣ। ਫਿਰ ਨੰਦੇੜ ਸਾਹਿਬ ਖੜ ਕੇ ਪਾਤਸ਼ਾਹ ਜੀ ਨੇ ਸਭ ਨੂੰ ਇਹ ਉਪਦੇਸ਼ ਦਿੱਤਾ ਹੈ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚ ਕਮਾਣ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਪ੍ਰੀਤਮ ਜੀ ਕਹਿੰਦੇ ਇਹ ਜਿਹੜਾ ਅਸਥਾਨ ਹੈ ਜਿੱਥੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ ਆਪ ਅਕਾਲ ਪੁਰਖ ਨੇ ਹੀ ਰਚਿਆ। ਕਰਤਾ ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ, ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ। ਇਹ ਕਾਰਜ ਬਾਬੇ ਨਾਨਕ ਨੇ ਆਰੰਭ ਕੀਤਾ, 10ਵੇਂ ਜਾਮੇ ਵਿੱਚ ਸੰਪੂਰਨ ਹੋਇਆ। ਕਾਰਜ ਆਇਆ ਰਾਸੇ, ਪ੍ਰਭ ਆਪ ਸੁਆਮੀ ਆਪੇ ਰੱਖਾ। ਉਹ ਆਪ ਉੱਥੇ ਪਰਮੇਸ਼ਰ ਹੈ, ਇੱਥੇ ਸੁਆਮੀ ਗੁਰੂ ਹੈ। ਉਹ ਆਪ ਹੀ ਰੱਖਣ ਵਾਲਾ ਹੈ। ਆਪ ਪਿਤਾ ਹੈ ਆਪ ਮਾਇਆ, ਉਹ ਆਪੇ ਪਿਤਾ ਤੇ ਆਪੇ ਹੀ ਮਾਤਾ ਹੈ। ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੀ ਇਹ ਥਾਨ ਸੁਹਾਇਆ। ਜਿੱਥੇ ਨੰਦੇੜ ਸਾਹਿਬ ਜਾਂ ਹਰਮੰਦਰ ਸਾਹਿਬ ਜਾਂ ਜਿੱਥੇ ਜਿੱਥੇ ਵੀ ਪ੍ਰੀਤਮ ਦੇ ਚਰਨ ਪੈ ਗਏ, ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਬਲਿਹਾਰੇ ਜਾਈਏ ਗੁਰੂ ਤੋਂ ਪਰਮੇਸ਼ਰ ਤੋਂ, ਜਿਨ੍ਹਾਂ ਨੇ ਇਹ ਕਾਰਜ ਕੀਤਾ ਹੈ। ਘਰ ਮੰਦਰ ਹਟਣ ਵਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਉਹ ਘਰ, ਉਹ ਮੰਦਰ, ਉਹ ਹੱਟਾਂ, ਉਹ ਬਾਜ਼ਾਰ, ਉਹ ਕੋਠੀਆਂ, ਉਹ ਮਹਿਲ ਤਾਂ ਸ਼ੋਭਦੇ ਹੈ ਜੇ ਵਿੱਚ ਨਾਮ ਜਪਿਆ ਜਾਵੇ। ਸੰਤ ਭਗਤ ਹਰ ਨਾਮ ਅਰਾਧੈ, ਕਟੀਐ ਜਮ ਕੀ ਫਾਸੀ ਰਾਮ।
जिथे बैठ के संत रब दे प्यारे नाम जपदे आ, जमां दियां फांसियां कट्टियां जांदियां। काटी जम फांसी प्रभ अबनासी, हर हर नाम ध्याया ध्याए सगल समग्री पूर्ण होई, मन इच्छे फल पाए। जिस काम नूं पूर्ण आरंभ कीता सी वो समग्री पूर्ण हो गई, मन इच्छे फल प्राप्त होए। संगतां नूं संत सज्जन सुख माने रलियां, दुख दर्द भरम नासी। ये बाणी साडे भरमां भुलेखिਆਂ ਨੂੰ दूर करदी है, दुखां दर्दां दा खात्मा करदी है। शब्द सवारे सतगुर पूरे, नानक सतबल जासी। सतगुर पूरे ने कृपा कीती, ये जो शब्द गुरु सानू दिता है अज दे दिन ते गुरु गोबिंद सिंह जी ने पूर्ण अथॉरिटी गुरु ग्रंथ साहिब जी नू दे दिती है। और जो जो गुरु ग्रंथ साहिब जी दे नाम लग जाता है वो मुड़ के संगत वरत सकती है, बदलिया नहीं जा सकता। तो मेरे प्रीतम जी अखीर ते बख्शिश करते हैं, दात खसम की पूरी होई, नित नित चढ़े सवाई राम। केड़ी दात? पंथ ते ग्रंथ, इनू कोई खत्म करने वाला नहीं है। को सतनाम श्री, ये सदा रहने वाला है, चढ़ेगा बढ़ेगा, खालसा पंथ भी बढ़ता जाएगा। दात खसम की पूरी होई, नित नित चढ़े सवाई राम। पार ब्रह्म खसमाना किया, इस पंथ दा खसम परमेश्वर आप है। इस पंथ दा खसम मालक जिहड़ा परमेश्वर आप है। आज्ञा भई अकाल की, तवै चलायो पंथ। सब सिखन को हुक्म है, गुरु मानियो ग्रंथ। ग्रंथ ते पंथ दा मालक आप परमेश्वर है। पार ब्रह्म खसमाना किया, जिसदी वड्डी वडियाई राम। आद जुगाद भगतन का राखा, आरंभ तो लैके एंड तक वो आप अपने सिखां भगतां दा राखा। सो प्रभ भया दयाला, जी जंत सब सुखी वसाए। प्रभ आप करे प्रतिपाला, सारे जीव जनता नूं सुख बख्शे है, आप वो पालदा है। दह दिस पूर रहा जा स्वामी, कीमत कह न जाई। इस बाणी दी कोई कीमत नहीं है। दसां दिशावां दे विच वो परमेश्वर जिहड़ा है वो बाणी दे रूप विच वरत रिहा। हुण देखो अज गुरबाणी किथे किथे नहीं प्रकाश, भाव सारे देशां दे विच ग्रंथ साहिब दा प्रकाश हो रहा है। इस तरह ये प्रतख दे विच है, ओह सूक्ष्म दे विच है, ये स्थूल दे विच भी है। तो प्रीतम जी कहंदे, दैद सपूर रहा जा स्वामी, कीमत कहे न जाई। कहो नानक सतगुल बहारी, जिन अबचल नीव रखाई। बलिहारे जाइए गुरु गोबिंद सिंह तो, बाबे नानक तो, दसां गुरुआं तो, जिन्हां ने ऐसी न्यौ रख दिती जिन्हों कोई खत्म करने वाला नहीं जमया। को सतनाम। अबचल सदा रहन वाली न्यौ रख दिती है पंथ दी। ज्ञान ध्यान पूर्ण परमेश्वर, हर हर कथा नित सुनिए राम। आओ इस बाणी नाल जुड़िए, रोजाना इस बाणी नूं विचारीए, इहदे विचों ज्ञान ध्यान प्राप्त करिए। अनहद चोज भगत पा भंजन, अनहद वाजै धुनिए राम। अनहद चुनकारे तत विचारे, संत गोष्ठ नित होवे। बाणी नाल जुड़िया करो, गोष्ठी करया करो, चर्चा करया करो। हर नाम आराधा मैल सब काटै, किलविख सगले खोवै। जिहड़ा नाम नाल जुड़ेगा, बाणी नाल जुड़ेगा, अपने पापां दी मैल नूं खत्म करेगा। तह जन्म न मरना आवन जाना, बहुड़ न पाईऐ जुनिए। ओ जमन मरण विच नहीं आवेगा, जोनी विच नहीं आवेगा। नानक गुर परमेश्वर पाया, जिस प्रसाद इच पुनी है। तो जिहड़ा सानू गुरु मिलिया वो रब ही मिलिया है। गुरु गोबिंद सिंह गुरु, नानक गुरु, रब मिलिया है। ते उन्हां ने रब दा असली स्वरूप शब्द दसिया, ते शब्द नूं गुरता गद्दी दे के संसार नूं सदा सदा लई ऐसा गुरु दे दिता है जिहड़ा हुण कदे जावेगा नहीं। दुनिया बन बन बहिंदी है, वो कहंदा साडा 11वां आ गया, साडा 12वां आ गया, साडा 13वां आ गया। पातशाह कहंदे यार ये जाऊगा तो होर आऊगा, जदों ये जांदा नहीं तो होर आऊगा कित्थों। इस करके ग्रंथ साहिब दे लड़ लगिए, होर कोई गुरु नहीं है। बाणी गुरु, गुरु है बाणी, विच बाणी अमृत सारे। गुरबाणी कहे सेवक जन मानै, प्रतख नूं गुरु निस्तारे। इत्थे रोकदे आ, बोलदे अखर बाद काट हो जाते हैं। संगतां दे सतगुरु बख्शण जोग है, बख्श लेना। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। रामकली महला तीजा, आनंद एक ओंकार सतगुर प्रसाद।